ਪੰਜਾਬੀ ਮੈਂ ਰਾਮ ਚਾਹਲ ਲੈ ਕੇ ਆਇਆ ਤੁਹਾਡੇ ਲਈ ਅੱਜ ਭਖ ਦੇ ਮਸਲੇ ਪ੍ਰੋਗਰਾਮ ਵੀਰਵਾਰ ਹਰ 7 ਤੋਂ 8 ਵਜੇ। ਪਿਆਰੇ ਦਰਸ਼ਕੋ, ਬਹੁਤ ਸਾਰੀਆਂ ਗੱਲਾਂ ਜੋ ਅਸੀਂ ਤੁਹਾਡੇ ਨਾਲ ਕਰਨੀਆਂ ਉਹਨਾਂ ਦੇ ਲਈ, ਉਹਨਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਭਗਵਾਨ ਜੀ ਅਤੇ ਕਮਲ ਜੀ ਬਿਰਾਜਮਾਨ ਨੇ। ਕਿਸਾਨ ਮਸਲੇ ਔਰ ਮਨੀਸ਼ਾ ਦਾ, ਸਭ ਤੋਂ ਪਹਿਲਾਂ ਅਸੀਂ ਮਨੀਸ਼ਾ ਦਾ ਜਿਹੜਾ ਉਹ ਸਬਜੈਕਟ ਹੈ ਉਸ ਨੂੰ ਤੁਹਾਡੇ ਨਾਲ ਡਿਸਕਸ ਕਰਾਂਗੇ। ਪਿਛਲੇ ਦਿਨੀ ਮਨੀਸ਼ਾ ਦੇ ਨਾਲ ਜੋ ਗਲਤ ਹਰਕਤ ਹੋਈ ਹੈ ਔਰ ਜਗ ਜ਼ਾਹਰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਸ ਦੇ ਨਾਲ ਮੰਦਭਾਗੀ ਕੀਤੀ ਗਈ। ਉਸ ਪੁਲਿਸ ਨੂੰ ਪਤਾ ਨਹੀਂ, ਦੁਨੀਆ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਇੱਕ ਪੁਲਿਸ ਕਿਸੇ ਕੁੜੀ ਨੂੰ ਰਾਤ ਨੂੰ 2:30 ਵਜੇ ਉਸ ਦਾ ਸੰਸਕਾਰ ਕਰ ਦੇਵੇ, ਉਸਦੇ ਦਾਗ ਦੇ ਦੇਵੇ, ਦਾਹ ਸੰਸਕਾਰ ਕਰ ਦੇਵੇ। ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ। ਕੀ ਅਪਡੇਟ ਨੇ ਤੁਹਾਡੇ ਕੋਲ ਕਮਲ ਜੀ ਇਸ ਬਾਰੇ? ਹਾਂਜੀ, ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਕਾਂਚੀ ਮੈਨੇਜਮੈਂਟ ਟੀਮ ਨੂੰ ਅਤੇ ਤੁਹਾਨੂੰ ਜੈ ਗੁਰਦੇਵ ਜੈ ਭੀਮ ਜੀ। ਅਤੇ ਹਾਂਜੀ, ਇਹਦੇ ਲਈ ਹੀ ਜਿਹੜੀ ਹੁਣ ਲੇਟੈਸਟ ਨਿਊਜ਼ ਇਹੀ ਆ ਰਹੀ ਆ ਕਿ ਜਿਹੜਾ CBI ਨੇ ਉਹ ਕੇਸ ਆ ਉਹ ਹੈਂਡਲ ਕਰ ਲਿਆ ਆ ਜੀ। ਅਤੇ CBI ਜਾਂਚ ਕਰ ਰਹੀ ਆ। ਮੇਰੇ ਖਿਆਲ ਥੋੜ੍ਹੇ ਦਿਨਾਂ ਦੇ ਵਿੱਚ ਉਹਨਾਂ ਨੇ ਟਾਈਮ ਬਾਉਂਡ ਕੀਤਾ ਆ ਕਿ ਉਹਦੇ ਵਿੱਚ ਜਿਹੜੀ ਜਾਂਚ ਆ ਉਹ ਕੰਪਲੀਟ ਹੋ ਜੂਗੀ। ਕੰਪਲੀਟ ਹੋਣ ਤੋਂ ਬਾਅਦ 'ਚ ਹੁਣ ਦੇਖਦੇ ਹਾਂ ਫਿਰ ਕੀ ਮੂਹਰੇ ਆਉਂਦਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਉਹ ਕੀ ਕਹਿੰਦੀ ਆ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਜਦ ਕਿ ਉੱਥੇ ਜਿਹੜਾ ਇਹ ਜਿਹੜੀਆਂ ਚੀਜ਼ ਆ, ਜਿਵੇਂ ਪੋਸਟਮਾਰਟਮ ਆ, ਚਾਹੇ ਹੌਸਪੀਟਲਸ ਹੈਗੇ ਆ, ਚਾਹੇ ਹੋਰ ਵੀ ਸਰਕਾਰੀ ਅਦਾਰੇ ਆ, ਉਹਨਾਂ ਦੇ ਵਿੱਚ ਜਿਹੜਾ ਇਨਸਾਫ ਆ ਜਾਂ ਸੱਚਾਈ ਦੀ ਗੱਲ ਹੈ ਜਿਹੜੀ ਉਹ ਤਾਂ ਨਹੀਂ ਸਾਹਮਣੇ ਆਉਣੀ ਚੰਗੀ ਤਰ੍ਹਾਂ। ਪਰ ਦੇਖਦੇ ਹਾਂ ਵੀ ਕੀ ਕੁਛ ਸਾਹਮਣੇ ਆਉਂਦਾ ਤਾਂ ਫਿਰ ਉਹਦੇ 'ਤੇ ਕੀ ਐਕਸ਼ਨ ਅੱਗੇ ਹੁੰਦਾ। ਕਮਲ ਜੀ, ਜਿਹੜੀ CBI ਆ ਉਹ ਇੰਡੀਆ ਦੇ ਲੋਕਾਂ ਦੀ ਆਖਰੀ ਉਮੀਦ ਹੈ। ਜਦੋਂ ਵੀ ਕੋਈ ਵੀ ਗੱਲ ਹੁੰਦੀ, ਮੰਗ ਜਿਹੜੀ CBI ਦੀ ਕੀਤੀ ਜਾਂਦੀ ਹੈ, ਇੰਨੀ ਛੇਤੀ ਇਸ ਕੁੜੀ ਦੇ ਲਈ CBI ਨੂੰ ਤਾਇਨਾਤ ਕਰ ਦੇਣਾ ਕਿ ਇਹ ਜਾਣਬੁੱਝ ਕੇ ਮੋਦੀ ਸਰਕਾਰ ਜਾਂ ਯੋਗੀ ਸਰਕਾਰ ਦੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਮਸਲੇ ਨੂੰ ਠੰਡਾ ਕਰਨਾ ਤਾਂ ਨਹੀਂ ਹੈ, ਕਿਉਂਕਿ ਇਸ ਵੇਲੇ ਸਰਕਾਰ ਵੀ ਉਹਨਾਂ ਦੀ ਆ, CBI ਵੀ ਉਹਨਾਂ ਦੀ, ਤਾਂ ਕੋਰਟ ਵੀ ਉਹਨਾਂ ਦਾ। ਦੇਖੋ, ਇਹ ਤਾਂ ਗੱਲ ਪੱਕੀ ਮੰਨੀ ਜਾਂਦੀ ਆ, ਸਾਨੂੰ ਸਮਝ ਲੈਣੀ ਚਾਹੀਦੀ ਆ ਕੁਛ ਹੱਦ ਤੱਕ ਵੀ ਜਿਹੜੀ CBI ਆ ਜੀ, ਉਹ ਕਾਫੀ ਅਰਸੇ ਤੋਂ ਜਿਹੜੀ ਆ ਗੌਰਮੈਂਟ ਦੇ ਅੰਡਰ ਹੀ ਕੰਮ ਕਰ ਰਹੀ ਆ। ਜੇ ਮੈਂ ਰੋਂਗ ਨਾ ਹੋਵਾਂ ਤਾਂ ਕਾਂਗਰਸ ਸਰਕਾਰ ਤੋਂ ਇਹ, ਉਸ ਤੋਂ ਬਾਅਦ ਜਦੋਂ BJP ਸਰਕਾਰ ਸੱਤਾ ਦੇ ਵਿੱਚ ਆਈ ਆ ਇੰਡੀਆ ਦੇ ਵਿੱਚ, ਤਾਂ ਇਹਨਾਂ ਨੇ ਉਹਨਾਂ ਦੇ ਡਾਇਰੈਕਟਰ CEO ਜਾਂ ਹੋਰ ਵੀ ਜਿਹੜੇ ਸੀਗੇ ਉਹਨਾਂ ਨੂੰ ਚੇਂਜ ਕਰਕੇ ਤਾਂ ਆਪਣੇ ਮੁਤਲਕ ਆਪਣੇ ਮਤਲਬ ਦੇ ਜਿਹੜੇ ਉਹਨਾਂ ਨੂੰ ਉਹ CBI ਦੇ ਉਹ ਡਾਇਰੈਕਟਰ ਤੱਕ ਲਾਏ ਇਹਨਾਂ ਨੇ ਜੀ। ਕਿਉਂਕਿ ਪਿਛਲੇ ਸਮੇਂ ਦੇਖਿਆ ਜਾਵੇ ਤਾਂ ਜਿਵੇਂ ਮਾਇਆਵਤੀ ਦੀ ਗੱਲ ਸੀਗੀ, ਮਾਇਆਵਤੀ 'ਤੇ ਬਹੁਤ ਸਾਰੇ ਕੇਸਿਸ ਸੀਗੇ ਜਿਹੜੇ ਕਿ ਚਾਹੇ ਉਹ ਗਲਤ ਸੀ ਜਾਂ ਸਹੀ ਸੀਗੇ, ਉਹ ਤਾਂ ਚਲੋ ਇਨਵੈਸਟੀਗੇਸ਼ਨ ਦਾ ਮਸਲਾ। ਸੋ ਉਹਦੇ ਵਿੱਚ ਵੀ ਦੇਖਿਆ ਜਾਵੇ ਤਾਂ ਉਹਨਾਂ ਨੇ ਇਹ ਜਿਹੜੀ ਇੰਡੀਅਨ ਗੌਰਮੈਂਟ ਨੇ ਉਹਦੇ ਪਿੱਛੇ ਕਾਫੀ ਸਾਰੀ ਉਹਨੂੰ ਪਰੇਸ਼ਾਨ ਕੀਤਾ ਅਤੇ ਉਹ CBI ਜਿਹੜੀ ਉਹਦੇ ਪਿੱਛੇ ਪਈ ਰਹੀ। ਹਾਂ ਕਮਲ ਜੀ, ਮੈਨੂੰ ਇਉਂ ਜਾਪਦਾ ਕਿ ਮਾਇਆਵਤੀ ਜੇਲ੍ਹ ਜਾਣ ਤੋਂ ਡਰਦੀ ਹੈ ਔਰ ਉਹਦਾ ਕਦੀ ਵੀ ਬਿਆਨ ਨਹੀਂ ਆਇਆ। ਇਸ ਹਾਥਰਸ ਕੇਸ ਦੇ ਵਿੱਚ ਵੀ ਉਹਦਾ ਬਿਆਨ ਨਹੀਂ ਆਇਆ। ਲਾਲੂ ਜੇਲ੍ਹ ਜਦ ਮਰਜ਼ੀ ਚਲੇ ਜਾਂਦਾ, ਉਹ ਡਰਦਾ ਨਹੀਂ। ਮਾਇਆਵਤੀ ਨੂੰ CBI ਮਾਇਆਵਤੀ ਨੂੰ ਡਰਾਉਣ ਨੂੰ ਰੱਖੀ ਹੈ। ਅੱਜ ਕੱਲ੍ਹ ਉਹਦਾ ਕੋਈ ਬਿਆਨ ਨਹੀਂ ਆ ਰਿਹਾ। ਪਤਾ ਨਹੀਂ ਉਹ ਜੇਲ੍ਹ ਜਾਣ ਤੋਂ ਡਰਦੀ ਆ ਜਾਂ ਕੋਈ ਸਾਥੀ, ਅਗਰ ਪਿਛਲੀ ਵਾਰ ਵੀ ਮੈਂ ਇਹ ਗੱਲ ਕੀਤੀ, ਜੇ ਹੁਣ ਕਿਸੇ ਸਾਥੀ ਨੇ ਇਹ ਬਿਆਨ ਮਾਇਆਵਤੀ ਦਾ ਇਸ ਬਾਰੇ ਸੁਣਿਆ ਪੜ੍ਹਿਆ ਹੋਵੇ ਤਾਂ ਉਹ ਸਾਨੂੰ ਜ਼ਰੂਰ ਆਗਾਹ ਕਰੇ। ਜੀ ਕਮਲ ਜੀ, CBI ਦੀ ਗੱਲ ਜਦੋਂ ਹੁਣ ਆਪਾਂ ਗੱਲ ਚੱਲਦੀ ਆ ਮਾਇਆਵਤੀ ਦੇ ਨਾਲ ਰਿਲੇਟਡ, ਕਿ ਮਾਇਆਵਤੀ ਨੇ ਵੀ ਕੋਈ ਪਹਿਲਾਂ ਵੀ ਨਹੀਂ ਬਿਆਨ ਦਿੱਤਾ, ਹੁਣ ਵੀ ਨਹੀਂ ਕੋਈ ਖਾਸ ਉਹਨਾਂ ਦੇ, ਹੈ ਨਾ। CBI ਡਰਾਉਣ ਲਈ, ਮਤਲਬ ਮਾਇਆਵਤੀ ਨੂੰ ਡਰਾਉਣ ਲਈ CBI ਉਹਨਾਂ ਨੇ ਰੱਖੀ ਆ, ਜਿੱਦਾਂ ਤੁਸੀਂ ਗੱਲ ਕਰਦੇ ਆ। ਪਰ ਇਹ ਜਿਹੜੀਆਂ ਸਟੇਟ ਲੈਵਲ ਦੀਆਂ ਪਾਰਟੀਆਂ ਜਾਂ ਹੋਰ ਵੀ ਹੈਗੀਆਂ ਸੂਬਿਆਂ ਦੇ ਵਿੱਚ, ਉਹਨਾਂ ਨੂੰ ਇਹਨਾਂ ਨੇ ਇਹ ਇੱਕ ਤਰ੍ਹਾਂ ਦਾ ਹੱਥ ਕੰਡਾ ਹੀ ਬਣਾ ਲਿਆ ਵੀ ਇਹਨਾਂ ਨੂੰ ਡਰਾਉਣ ਧਮਕਾਉਣ ਲਈ ਇਹ CBI ਨੂੰ ਲੋਕਾਂ 'ਤੇ ਇਹਨਾਂ ਨੂੰ ਵਰਤਿਆ ਜਾਵੇ। ਜਿਹੜੀਆਂ ਚਲੋ ਕੁਡ ਵੀ ਰੋਂਗ ਵੀ ਹੋ ਸਕਦੇ ਹਾਂ ਆਪਾਂ, ਪਰ ਜਿਹੜੇ ਜੋ ਦੇਖਦੇ ਆ ਆਲ ਆਫ ਰਾਊਂਡ ਆਪਾਂ ਦੇਖਦੇ ਹਾਂ ਵੀ ਕੀ ਕੁਛ ਹੋ ਰਿਹਾ ਆ ਸੁਸਾਇਟੀ ਦੇ ਵਿੱਚ, ਹੈ ਨਾ। ਅਤੇ ਹੁਣ ਮਾਇਆਵਤੀ ਜੇ ਆਪਾਂ ਗੱਲ ਕਰੀਏ, ਮਾਇਆਵਤੀ ਨੇ ਮੇਰੇ ਖਿਆਲ ਨਾਲ, ਜੇ ਮੈਂ ਰੋਂਗ ਨਾ ਹੋਵਾਂ, ਪਿੱਛੇ ਜਿਹੜੀ ਕਸ਼ਮੀਰ ਦੇ ਵਿੱਚ 370 ਧਾਰਾ ਇਹਨਾਂ ਨੇ ਖਤਮ ਕੀਤੀ ਆ, ਹੈ ਨਾ। ਅਤੇ ਉਹਦੇ ਵਿੱਚ ਜਿਹੜਾ ਮਾਇਆਵਤੀ ਦਾ ਬਿਆਨ ਸੀਗਾ, ਤੁਸੀਂ ਇਹ ਦੇਖ ਲਓ ਵੀ ਉਹ BJP ਦੇ ਪੱਖ ਦੇ ਵਿੱਚ ਸੀਗਾ, ਜਦ ਕਿ ਉੱਥੇ ਤਕਰੀਬਨ ਜੇ ਆਪਾਂ
6 ਕਰੋੜ ਲੋਕ ਤਕਰੀਬਨ ਦੱਸੇ ਜਾਂਦੇ ਆ। ਚਲੋ ਉਹਦੀ ਫਿਗਰਸ ਰੋਂਗ ਵੀ ਹੋ ਸਕਦੀ ਆ ਵੀ ਜਿਹੜੇ ਕਸ਼ਮੀਰ ਦੇ ਵਿੱਚ ਆ ਉਹਨਾਂ ਨੂੰ ਕਿੱਦਾਂ ਤਾੜਿਆ ਗਿਆ ਅੰਦਰ। ਉਹ ਹਜੇ ਤੱਕ ਉਹਨਾਂ ਦੇ ਜਿਹੜੇ ਉਹਨਾਂ ਨੂੰ ਇਦਾਂ ਅੰਦਰ ਤਾੜਿਆ ਹੋਇਆ ਤੇ ਪਰ ਉਹ ਜਿਹੜਾ ਤਸ਼ੱਦਦ ਆ ਉਹਨਾਂ ਤੇ ਕਿੱਡਾ ਵੱਡੇ ਪੱਧਰ ਤੇ ਹੋ ਰਿਹਾ। ਤੇ ਮਾਇਆਵਤੀ ਨੇ ਬਿਆਨ ਜਿਹੜਾ ਆ ਉਹ ਪੱਖ ਦੇ ਵਿੱਚ ਬੀਜੇਪੀ ਦੇ ਦਿੱਤਾ ਆ। ਉਹ ਕਿਉਂ ਦਿੱਤਾ ਇਹਦੇ ਬਾਰੇ ਇਹ ਤੁਹਾਡਾ ਨਵਾਂ ਸਵਾਲ ਆ ਗਿਆ। ਇੱਕ ਕਾਲ ਲੈ ਲਈਏ ਜੀ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਜੈ ਭੀਮ ਜੀ। ਮੈਂ ਮੋਹਨ ਲਾਲ ਕਰੀਮਪੁਰੀ ਕੈਨੇਡਾ ਤੋਂ ਬੋਲ ਰਿਹਾ ਜੀ। ਹਾਂਜੀ ਮੋਹਨ ਲਾਲ ਜੀ, ਕੀ ਕਹਿਣਾ ਚਾਹੁੰਦੇ ਕੈਨੇਡਾ ਤੋਂ? ਪਹਿਲੀ ਤਾਂ ਗੱਲ ਇਹ ਹੈ ਵੀ ਅੱਜ ਜਿਹੜਾ ਮਤਲਬ ਅੱਜ ਨਹੀਂ ਵੈਸੇ 3-4 ਹਫ਼ਤਿਆਂ ਤੋਂ ਹੀ ਜਿਹੜਾ ਇਹ ਕੇਸ ਹੈਗਾ ਆ ਮਨੀਸ਼ਾ ਵਾਲਮੀਕੀ ਦਾ ਜੀ, ਇਹ ਸਾਡੇ ਸਮਾਜ ਨੂੰ ਸਾਰੇ ਨੂੰ ਬਹੁਤ ਹਰਟ ਕਰ ਰਿਹਾ ਜੀ। ਪਰ ਦੇਖਣਾ ਇਹ ਹੈ ਕਿ ਇਹ ਜਿਹੜਾ ਸਮੱਸਿਆ ਜੀ ਜਿਹੜੀ ਕਿ SC ST ਐਂਡ OBC ਮਿਨੋਰਿਟੀ ਦੇ ਨਾਲ ਭਾਰਤ ਦੇ ਵਿੱਚ ਵਾਪਰ ਰਹੀ ਹੈ ਜੀ, ਇਹ ਕਿਉਂ ਵਾਪਰ ਰਹੀ ਹੈ ਜੀ, ਇਹਦੇ ਪਿੱਛੇ ਕੀ ਹੈ, ਇਸ ਦਾ ਹੱਲ ਕੀ ਹੈ? ਅਸੀਂ ਇਸ ਦੇ ਹੱਲ ਨੂੰ ਹੁਣ ਲੱਭਣਾ ਹੈ ਕਿ ਇਹਦਾ ਹੱਲ ਕੀ ਹੈ। ਮੋਹਨ ਲਾਲ ਜੀ ਕਹਿੰਦੇ ਹੁੰਦੇ ਕਿ ਕੁੜੀ ਪੁੱਜਦੇ ਘਰੋਂ ਉਧੜੇ ਤਾਂ ਗੱਲ ਨਹੀਂ ਤੁਰਦੀ, ਗਰੀਬ ਦੀ ਹਰ ਗੱਲ ਹੀ ਤੂਮਤ ਧਰਿੰਦੀ ਏ। ਇਹ ਸੱਚ ਹੈ, ਇਹ ਸੱਚ ਹੈ। ਜਦ ਕਿਤੇ ਵੀ ਮਿੱਟੀ ਪੱਟੀ ਜਾਂਦੀ ਏ, ਕਿਤੇ ਨਾ ਕਿਤੇ ਭਰਤੀ ਪੈਂਦੀ ਏ। ਸੋ ਇਹ ਮੈਨੂੰ ਇਹ ਲੱਗਦਾ ਕਿ ਇੱਕ ਗਰੀਬ ਦਾ ਇੰਡੀਆ 'ਚ ਜੀਵਨ ਜਿਹੜਾ ਉਹ ਵਧੀਆ ਨਹੀਂ। ਗੱਲ ਇੱਦਾਂ ਆ, ਮੈਂ ਸਿਆਸੀ ਬੰਦਾ ਆ, ਮੈਂ ਬਹੁਜਨ ਸਮਾਜ ਪਾਰਟੀ ਦਾ ਪੈਰੋਕਾਰ ਵੀ ਹੈਗਾ। ਚਲੋ ਤੁਹਾਡੇ ਨਾਲ ਇਹ ਸਵਾਲ ਕਰ ਲੈਂਦੇ ਕਿ ਮਾਇਆਵਤੀ ਦਾ ਬਿਆਨ ਕਿਉਂ ਨਹੀਂ ਆਇਆ। ਤੁਹਾਡੀ ਬਾਕੀ ਗੱਲ ਵੀ ਬਾਅਦ 'ਚ। ਗੱਲ ਇਹ ਆ, ਮਾਇਆਵਤੀ ਨੇ ਬਿਆਨ ਬੜੇ ਦਿੱਤੇ ਆ, ਮਾਇਆਵਤੀ ਦੀ ਟੀਮ ਵੀ ਉੱਥੇ ਗਈ ਆ, ਸਾਰਾ ਕੁਝ ਕਰ ਰਹੀ ਆ, ਉਹਨੂੰ ਪੂਰਾ ਕਰਦੇ ਆ। ਉਹ ਸਮਾਜ ਦੀ ਲੀਡਰ ਆ, ਉਸਨੇ ਰਾਜ ਕੀਤਾ, ਉਸਨੂੰ ਪਤਾ ਹੈ ਕਿ ਗੱਲ ਕੀ ਹੈ, ਕਿੱਦਾਂ ਹੋਣੀ ਹੈ, ਕਿਹੜੇ ਸਮੇਂ ਕਰਨੀ ਹੈ। ਇਹ ਉਸਨੇ ਆਪਣੀ ਉਹਦੀ ਸਿਆਸੀ ਦਾ ਪੇਚ ਹੈਗੇ ਆ। ਉਸ ਦੀ ਗੱਲ ਛੱਡੋ, ਉਹ ਬਹੁਤ ਮਹਾਨ ਔਰਤ ਹੈਗੀ ਆ, ਆਇਰਨ ਲੇਡੀ ਆ। ਉਸਨੇ ਸਮਾਜ ਦੀ ਹੀ ਗੱਲ ਕਰਨੀ ਹੈ। ਬਹੁਜਨ ਸਮਾਜ ਪਾਰਟੀ ਬਣਾ ਕੇ ਵੀ ਬਹੁਜਨਾਂ ਦੀ ਗੱਲ ਕੀਤੀ, ਸਰਬ ਸਮਾਜ ਬਣਾ ਕੇ ਵੀ ਉਸਨੇ ਬਹੁਜਨਾਂ ਦੀ ਗੱਲ ਕੀਤੀ ਹੈ। ਉਸ ਦੀ ਸਿਆਸੀ ਗੱਲ ਹੈਗੀ ਆ। ਅਸੀਂ ਅਗਰ ਉਹਦੀ ਚਾਲ ਤੇ ਚੱਲਾਂਗੇ, ਅਸੀਂ ਭਾਰਤ ਤੇ ਰਾਜ ਕਰ ਸਕਦੇ, ਜਿਸਨੇ ਯੂਪੀ ਦੇ ਉੱਤੇ 4 ਵਾਰ ਰਾਜ ਕੀਤਾ ਔਰ ਦੱਸ ਦਿੱਤਾ ਕਿ ਅਸੀਂ ਇਸ ਢੰਗ ਦਾ ਰਾਜ ਕਰਨਾ ਦੇਸ਼ ਦੇ ਉੱਤੇ। ਇਹ ਜਿਹੜੀ ਸਾਡੇ ਸਮਾਜ ਦੇ ਨਾਲ ਦੁਰਘਟਨਾਵਾਂ ਅੱਜ ਨਹੀਂ ਵਾਪਰੀ, ਕੱਲ ਨਹੀਂ ਵਾਪਰੀ, ਇਹ ਸਦੀਆਂ ਤੋਂ ਵਾਪਰਦੀ ਆ ਰਹੀ ਹੈ ਜੀ। ਉਹਨੂੰ ਅਸੀਂ ਖਤਮ ਕਿਵੇਂ ਕਰਨਾ? ਸਾਡਾ ਕੰਮ ਇਹ ਹੋਣਾ ਚਾਹੀਦਾ, ਸਾਡੀ ਸੋਚ ਇਹ ਹੋਣੀ ਚਾਹੀਦੀ ਹੈ। ਜੇ ਅਸੀਂ ਇਹਨਾਂ ਘਟਨਾਵਾਂ ਨੂੰ ਦੇਖਦੇ ਰਹੀਏ, ਕਰਦੇ ਰਹੀਏ, ਉਹਦਾ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਹ ਤੇ ਵਿਚਾਰ ਨਹੀਂ ਕਰਦੇ, ਜਦ ਤੱਕ ਇਹ ਘਟਨਾਵਾਂ ਭਾਰਤ ਵਿੱਚੋਂ ਕਦੇ ਬੰਦ ਨਹੀਂ ਹੋ ਸਕਦੀਆਂ। ਇਹਨਾਂ ਲੋਕਾਂ ਦਾ ਰਾਜ ਹੁੰਦਾ, ਇਹਨਾਂ ਸਮਾਜਾਂ ਦਾ ਰਾਜ ਹੁੰਦਾ, ਉਹਨਾਂ ਨਾਲ ਘਟਨਾਵਾਂ ਨਹੀਂ ਵਾਪਰਦੀਆਂ। ਜਦ ਵਾਪਰਦੀਆਂ ਤਾਂ ਗੁਲਾਮਾਂ ਨਾਲ ਵਾਪਰਦੀਆਂ। ਅਸੀਂ ਗੁਲਾਮੀ ਤੋਂ ਮੁਕਤੀ ਕਿਵੇਂ ਪਾਣੀ ਹੈ, ਅਸੀਂ ਇਹ ਦੇਖਣਾ ਜੀ। ਹੁਣ ਮੈਂ ਤੁਹਾਨੂੰ ਇੱਕ ਥੋੜ੍ਹੀਆਂ ਜਿਹੀਆਂ ਲਾਈਨਾਂ ਲਿਖੀਆਂ, ਮੈਂ ਤੁਹਾਨੂੰ ਬੋਲ ਕੇ ਦੱਸਦਾ। ਅਰਸ਼ਾਦ ਜੀ। ਯੁੱਗਾਂ ਦੇ ਯੁੱਗ ਬਦਲ ਗਏ ਤੇ ਬਦਲ ਰਹੀਆਂ ਸਰਕਾਰਾਂ, ਲਿਖੀ ਮੈਨੂੰ ਸਮਰਤੀ ਰਾਹੀਂ ਪੈਰ ਛੁੱਟਾਂ ਨੂੰ ਮਾਰਾ ਜੀ। ਹਾਲ ਕਿਸੇ ਨੇ ਸੁਣਿਆ ਨਾ, ਜਾਨਵਰ ਬਣਾਏ ਲੋਕਾਂ ਦਾ, ਪੀੜ ਕਰਦੇ ਤੁਰ ਗਏ ਹਿੰਦੂਆਂ ਤੋਂ ਖਾਂਦੇ ਮਾਰ ਜੀ। ਹਿੰਦੂ ਖੋਜ ਕੇ ਲੈ ਗਏ ਖੁਸ਼ੀਆਂ ਬਹੁਜਨ ਸਮਾਜ ਦੀਆਂ, ਜੋ ਕਰਨ ਨੂੰ ਆਦੀਆਂ ਹਿੰਦੂਆਂ ਦੀਆਂ ਡਾਰਾਂ ਜੀ। ਯੁੱਗਾਂ ਦੇ ਯੁੱਗ ਬਦਲ ਗਏ, ਕੋਈ ਸ਼ੁੱਧ ਕੋਈ ਅਛੂਤ ਬ੍ਰਾਹਮਣਵਾਦ ਦਾ ਖੇਡ ਹੈ ਲੋਕਾਂ, ਕੋਈ ਖੱਤਰੀ ਕੋਈ ਵੈਸ਼, ਕੋਈ ਘੱਟ ਗਿਣਤੀਆਂ ਦਾ ਬਾੜਾ, ਕਿਤੇ ਸ਼ੋਰ ਹਿੰਦੂਆਂ ਦਾ, ਕਿਤੇ ਸ਼ੋਰ ਸਰਦਾਰਾਂ ਦਾ। ਬੀਜ ਬੀਜ ਕੇ ਹਿੰਦੂ ਕਰਦਾ ਖਾਣਾ। ਯੁੱਗਾਂ ਦੇ ਯੁੱਗ ਬਦਲ ਗਏ ਤੇ ਬਦਲ ਗਈਆਂ ਸਰਕਾਰਾਂ ਜੀ। ਅਛੂਤਾਂ ਤੋਂ ਡਰਦੇ ਸੀ, ਭੱਜਦੇ ਉਹਨਾਂ ਦੇ ਦੇਸ਼ ਹਾਲਾਤਾਂ ਨੂੰ। ਦੇਸ਼ ਵਿੱਚ ਨਾ ਲੱਭਦੀਆਂ ਇਨਸਾਨੀਅਤ ਦੀਆਂ ਸਰਕਾਰਾਂ, ਮਨੂਵਾਦੀਆਂ ਨੇ ਖਾ ਲਿਆ ਆਪਸਕ ਸਮਾਜ ਦਾ ਰਾਜ ਲੈ ਕੇ ਹਿੰਦੂਆਂ ਅੰਗਰੇਜ਼ ਤੋਂ ਲੁੱਟ ਰਹੇ ਬਹਾਰਾਂ। ਯੁੱਗਾਂ ਦੇ ਯੁੱਗ ਬਦਲ ਗਏ, ਹਿੰਦੂ ਇੱਕ ਕੁਰਸੀ ਸਾਂਭ ਗਏ, ਗਰੀਬ ਕਰਕੇ ਰੋਟੀ ਨੂੰ ਜਾਤਪਾਤ ਦਾ ਜਾਲ ਹੈ ਪਾਇਆ, ਧਰਮ ਦੇ ਠੇਕੇਦਾਰਾਂ। ਗਾਂਧੀ ਨੇ ਮਾਰਿਆ ਬਹੁਜਨ ਸਮਾਜ ਨੂੰ, ਦੱਸੋ ਹੋਰ ਕੀ ਕਰਨਾ? ਸਬੂਤਾਂ ਨੂੰ ਇਹਨਾਂ ਉਜਾੜਿਆ ਕਰੀਮਪੁਰੀ, ਦੇਸ਼ ਦੇ ਨਕਲੀ ਹੱਕਦਾਰਾਂ। ਯੁੱਗਾਂ ਦੇ
SC ST OBC ਮਿnority ਵਗੈਰਾ ਦੀ ਇਹਨਾਂ ਦੀ ਗਿਣਤੀ ਕਰੀਏ 110 ਕਰੋੜ ਦੇ ਤਕਰੀਬਨ ਚਲੇ ਜਾਂਦੀ ਆ। ਇਹ ਜਿਹੜੀਆਂ ਘਟਨਾਵਾਂ ਹੋਈਆਂ ਸਾਡੇ ਲਈ ਚੈਲੰਜ ਆ ਕਿ ਅਸੀਂ ਇਹਨਾਂ ਸਰਕਾਰਾਂ ਨੂੰ ਮੁੜ ਕੇ ਆਉਣ ਨਾ ਦਈਏ, ਇਹਨਾਂ ਸਰਕਾਰਾਂ ਨੂੰ ਅਸੀਂ ਵੋਟ ਨਾ ਪਾਈਏ। ਜੇ ਅਸੀਂ ਸੈਂਟਰ ਦੀ ਸਰਕਾਰ ਸਾਂਭ ਲੈਂਦੇ ਆ ਤਾਂ ਕੋਈ ਕਿਸੇ ਦੇ ਵਿੱਚ ਜੁਰਤ ਨਹੀਂ ਹੋਏਗੀ ਕਿ ਸਾਡੇ ਉੱਤੇ ਕੋਈ ਜ਼ੁਲਮ ਕਰੇ। ਬਹੁਤ ਮਿਹਰਬਾਨੀ। ਇਹ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਸਾਡਾ ਸਮਾਜ ਇਸ ਗੱਲ ਨੂੰ ਸਮਝ ਲਵੇ ਕਿ ਵੋਟ ਹਮਾਰਾ आज तुम्हारा नहीं चलेगा तो कोई जुर्म करने वाला नहीं पैदा होगा। थैंक यू। बिल्कुल बहुत शुक्रिया टाइम देने के लिए। ਮਨੋਜ ਮੋਹਨ ਜੀ ਕੈਨੇਡਾ ਤੋਂ ਸਾਡੇ ਨਾਲ ਰਾਬਤਾ ਸੀ। ਅਸੀਂ ਸਾਡੀ ਗੱਲ ਕਹੀ ਹੋਈ ਇੱਥੋਂ ਫਾਈਨਲ ਨਹੀਂ ਗੀ, ਸਾਡਾ ਆਖਰੀ ਡਿਸੀਜਨ ਨਹੀਂ ਗਾ। ਅਗਰ ਜੇਕਰ ਕੋਈ ਬਿਆਨ ਕਿਸੇ ਨੇ ਸੁਣਿਆ ਤਾਂ ਉਹ ਸਾਨੂੰ ਦੱਸ ਸਕਦਾ। ਬਹੁਤ ਮਿਹਰਬਾਨੀ ਜੀ। ਭਗਵੰਤ ਜੀ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਕਾਂਸ਼ੀ ਟੀਵੀ ਦੀ ਮੈਨੇਜਮੈਂਟ ਦਾ ਜੀ, ਜਿਨ੍ਹਾਂ ਨੇ ਸਾਨੂੰ ਹਮੇਸ਼ਾ ਵਕਤ ਦਿੰਦੇ ਨੇ। ਜੀ। ਤੇ ਜਿਹੜੀ ਮੈਂ ਗੱਲ ਕਰਨੀ ਹੈ, ਵੀਰ ਮੋਹਨ ਕੈਨੇਡਾ ਤੋਂ ਆਏ ਨੇ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਪਰ ਇੱਕ ਗੱਲ ਜਿਹੜੀ ਹਮੇਸ਼ਾ ਅਸੀਂ ਲੋਕ ਕਰਦੇ ਹਾਂ ਵੀ ਉੱਥੇ ਇੰਡੀਆ 'ਚ ਕੁਝ ਚੇਂਜ ਨਹੀਂ ਹੋ ਸਕਦਾ ਜੀ, ਇਹ ਜਿਹੜੀ ਧਾਰਨਾ ਸਾਨੂੰ ਪਹਿਲਾਂ ਤੋੜਨੀ ਪੈਣੀ ਆ। ਜੇ ਤਾਂ ਇਹ ਫਿਰ ਜੇ ਅਸੀਂ ਜਿਹੜੇ ਇੰਟਲੈਕਚੁਅਲ ਸਾਡੇ ਗਿਆਨੀ ਲੋਕ ਨੇ ਜਿਹੜੇ ਉਹ ਇਹ ਗੱਲ ਨਾ ਕਿਹਾ ਕਰਨ ਘੱਟੋ ਘੱਟ। ਜੀ, ਜੇ ਕੁਝ ਚੇਂਜ ਨਹੀਂ ਹੋਣਾ ਫਿਰ ਆਪਾਂ ਨੂੰ ਇਹ ਬਿਲਕੁਲ ਬੰਦ ਕਰਨਾ ਚਾਹੀਦਾ, ਫਿਰ ਆਪਾਂ ਸਟਰਗਲ ਨਹੀਂ ਕਰਨੀ ਚਾਹੀਦੀ। ਇਹ ਤਾਂ ਸਟਰਗਲ ਨੂੰ ਬੰਦ ਕਰਨ ਵਾਲੀ ਗੱਲ ਹੁੰਦੀ ਆ। ਅੱਜ ਤੱਕ ਦੁਨੀਆ 'ਤੇ ਹਮੇਸ਼ਾ ਚੇਂਜ ਹੁੰਦਾ ਆਇਆ। ਜਿਹਦੇ ਅਸੀਂ ਕਹੀਏ ਵੀ SC ਜਾਂ ਦਲਿਤ ਕਮਿਊਨਿਟੀ ਕਿੱਥੇ ਸੀਗੀ ਅੱਜ ਤੋਂ 50 ਸਾਲ ਪਹਿਲਾਂ, ਅਸੀਂ ਉਸ ਤੋਂ ਕਿਤੇ ਬਾਹਰ ਆ ਗਏ ਹਾਂ। ਬਹੁਤ ਏਰੀਆ ਸਾਰੇ 'ਚ ਨਹੀਂ। ਤੇ ਇਸ ਗੱਲ ਨੂੰ ਦੇਖੀਏ ਵੀ ਇੱਕ ਜ਼ਮਾਨਾ ਸੀ ਜਦੋਂ ਮੁਗਲ ਰਾਜ ਸੀ ਤਾਂ ਕਹਿੰਦੇ ਸੀਗੇ ਔਰੰਗਜ਼ੇਬ ਦੇ ਟਾਈਮ 'ਚ ਵੀ ਹੁਣ ਇੰਡੀਆ ਦੇ ਸਾਰੇ ਮੁਸਲਮਾਨ ਬਣ ਜਾਣਗੇ ਜੀ, ਹੈ ਨਾ। ਪਰ ਉਹ ਉਸ ਤਰ੍ਹਾਂ ਨਹੀਂ ਹੋਇਆ। ਅੰਗਰੇਜ਼ ਦਾ ਜ਼ਮਾਨਾ ਸੀ ਇੰਡੀਆ ਦੇ ਵਿੱਚ, ਉਦੋਂ ਲੋਕ ਇਹ ਕਹਿੰਦੇ ਸੀ ਵੀ ਹੁਣ ਇਹ ਨਹੀਂ ਜਾ ਸਕਦੇ, ਜਿਹਨਾਂ ਦੇ ਵਕਤ ਦੇ ਜਿਹਨਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ, ਇਹਨਾਂ ਨੂੰ ਪੜ੍ਹਨਾ ਸੌਖਾ ਨਹੀਂ, ਉਹ ਵੀ ਚਲੇ ਗਏ। ਤੇ ਇਹ ਜਿਹੜੇ ਮੋਦੀ ਜਾਂ ਯੋਗੀ ਹੋਣੇ ਇਹ ਵੀ ਜਾਣਗੇ ਜੇ ਸਾਡੇ ਵਰਗੇ ਦੋਸਤ ਸਾਡੇ ਜਿਹੜੇ ਅੱਗੇ ਵਧੂ ਖਿਆਲਾਂ ਦੇ ਲੋਕ ਨੇ ਉਹ ਮੂਹਰੇ ਹੋਣ ਤੇ ਇਹ ਗੱਲ ਨੂੰ ਤੋੜਨ ਵੀ ਸਭ ਕੁਝ ਚੇਂਜ ਹੁੰਦਾ। ਹਿੰਮਤ ਚਾਹੀਦੀ ਆ, ਭਗਤ ਸਿੰਘ ਵਾਲੀ ਹਿੰਮਤ ਚਾਹੀਦੀ ਆ, ਅੰਬੇਦਕਰ ਜੀ ਵਾਲੀ ਹਿੰਮਤ ਚਾਹੀਦੀ ਆ ਸਾਡੇ 'ਚ, ਤਾਂ ਲੋਕ ਇਹ ਸਮਾਜ ਬਦਲੂਗਾ। ਆਪਾਂ ਮੁੜ ਕੇ ਉੱਥੇ ਹੁੰਦੇ ਵੀ ਸਾਨੂੰ ਇਹ ਗੱਲ ਦਾ ਖਿਆਲ ਰੱਖਦੇ ਵੀ ਅੱਗੇ ਤਾਂ ਆਪਾਂ ਇਹ ਗੱਲ ਨਾ ਕਿ ਉੱਥੇ ਚੇਂਜ ਨਹੀਂ ਹੋਣਾ। ਇਹਦੇ ਨਾਲ ਜਿਹੜੀ ਨੈਗੇਟਿਵਿਟੀ ਪੈਦਾ ਹੁੰਦੀ ਹੈ ਦਿਮਾਗਾਂ ਦੇ ਵਿੱਚ, ਸਾਨੂੰ ਇਹ ਕਹਿੰਦਾ ਨਹੀਂ ਅਸੀਂ ਚੇਂਜ ਕਰਾਂਗੇ, ਲੱਗੇ ਹੋਏ ਆ, ਕੋਈ ਗੱਲ ਨਹੀਂ, ਟਾਈਮ ਲੱਗੂਗਾ ਤੇ ਜਿੰਨਾ ਹੋਊਗਾ ਤੋੜਾਂਗੇ ਇਹਨੂੰ। ਜਿਹੜੀ ਗੱਲ ਹੁਣ ਆਪਾਂ ਕਰਦੇ ਸੀ ਵੀ ਜਿਹੜੀ ਬੇਟੀ ਮਨੀਸ਼ਾ ਦਾ ਹੈਗਾ ਵੀ CBI ਨੂੰ ਕੇਸ ਉਹਨਾਂ ਨੇ ਦੇ ਦਿੱਤਾ। ਮੇਰੇ ਖਿਆਲ ਆ ਸਾਡੇ ਵੀਰ ਜਾਣਦੇ ਹੋਣਗੇ ਵੀ ਸੁਪਰੀਮ ਕੋਰਟ CBI ਇੰਡੀਆ ਦੀ ਗੌਰਮੈਂਟ ਦੀ ਜਾਂ ਇੰਡੀਆ ਦਾ ਜਿਹੜਾ ਸਟਰਕਚਰ ਆ ਉਹਦੇ ਬਹੁਤ ਵੱਡੇ ਹਿੱਸੇ ਹੈਗੇ ਨੇ ਤੇ ਇਹਨਾਂ ਨੂੰ ਇਹ ਕਿਹਾ ਜਾਂਦਾ ਵੀ ਇੰਡੀਪੈਂਡੈਂਟ ਕੰਮ ਕਰਦੇ ਨੇ। CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਸੁਪਰੀਮ ਕੋਰਟ ਦਾ ਹਾਲ ਕੀ ਹੋਇਆ, ਇਸ ਦੇ 4 ਜੱਜਾਂ ਨੇ ਪਿਛਲੇ ਸਮੇਂ ਦੇ ਵਿੱਚ ਰਿਜ਼ਾਈਨ ਕਰਕੇ ਉਹਨਾਂ ਨੇ ਸਿੱਧ ਕੀਤਾ ਸੀ ਕਿ ਸੁਪਰੀਮ ਕੋਰਟ ਅੰਡਰ ਕੰਟਰੋਲ ਆ, ਜਿਸ ਤਰ੍ਹਾਂ ਉਹ ਕਰਾਉਣਾ ਚਾਹੁੰਦੇ ਕਰਾਉਂਦੇ ਨੇ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕੱਢਿਆ ਜਾਂਦਾ। ਆਪਾਂ ਨੂੰ ਪਤਾ ਵੀ ਕਿਸ ਤਰ੍ਹਾਂ ਦਿੱਲੀ ਤੋਂ ਇੱਕ ਸੁਪਰੀਮ ਕੋਰਟ ਦਾ ਜੱਜ ਚੇਂਜ ਕਰਕੇ ਇਹਨਾਂ ਨੇ ਜਦੋਂ ਆਪਣੇ CA ਚੱਲਦੇ ਸੀ ਭੇਜ ਦਿੱਤਾ। ਤੇ ਜਿਹੜੀ CBI ਹੈਗੀ ਆ ਇਹਦਾ ਹੁਣ CBI ਤਾਂ ਇੰਡੀਆ ਗੌਰਮੈਂਟ ਦੀ ਜੇਬ 'ਚ ਆ ਜੀ। ਇਹਦਾ ਉਹ ਬਿਲਕੁਲ ਜਿਹੜਾ ਇੱਕ ਦਾ ਖਾਸਾ ਸੀ, ਜਿਹੜੀ ਅਸਲੀਅਤ ਸੀ ਉਹ ਖਤਮ ਕਰ ਦਿੱਤੀ ਗਈ ਆ। ਕੀ CBI ਇਹ ਇਸ ਦੇ ਬਾਰੇ ਕੀ ਕਹੂਗੀ? ਤੁਸੀਂ ਆਪ ਦੇਖ ਲਓ, ਅੱਜ ਗੱਲ ਕਰਦੇ ਪਏ ਆ ਵੀ ਇੱਕ ਧੀ ਜਿਸ ਦਾ ਕੋਈ ਕਸੂਰ ਨਹੀਂ ਮਾਰ ਦਿੱਤੀ ਜਾਂਦੀ ਆ, ਪੁਲਿਸ ਚੱਕ ਕੇ ਲੈ ਆਉਂਦੀ ਆ ਤੇ ਰਾਤ ਨੂੰ 12 ਵਜੇ ਤੋਂ ਬਾਅਦ 2-2:30 ਦੇ ਕਰੀਬ ਕਿਤੇ ਜਿਹੜਾ ਹੈਗਾ ਸਹੀ ਟਾਈਮ ਪਤਾ ਹੋਊਗਾ ਬਈ ਉਦੋਂ ਉਸ ਨੂੰ ਦਾਗ ਦਿੱਤੇ ਜਾਂਦੇ ਆ, ਉਹਦਾ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਸੰਸਕਾਰ ਕੀਤਾ ਜਾਂਦਾ। ਜਿਹੜਾ ਸਾਡਾ ਇੰਡੀਆ ਦਾ ਜਿਹੜਾ ਕਲਚਰ ਆ ਉਹ ਚਾਹੇ ਕਿਸੇ ਪਾਸੋਂ ਵੀ ਲਾ ਲਓ ਸੀ ਜਾਂ ਹਿੰਦੂਇਜ਼ਮ ਮੰਨ ਲਓ, ਸਿੱਖੀਜ਼ਮ ਮੰਨ ਲਓ ਜਾਂ ਹੋਰਾਂ ਪਾਸੋਂ, ਉੱਥੇ ਜੇ ਆਪਾਂ ਇੱਕ ਮਾਨਵਤਾ ਦੇ ਤੌਰ 'ਤੇ ਮਨੁੱਖਤਾ ਦੇ ਤੌਰ 'ਤੇ ਵੀ ਦੇਖੀਏ, ਰਾਤ ਨੂੰ ਕਿਸੇ ਨੂੰ ਜਾਲਣਾ ਇੱਕ ਸ਼ੋਭਾ ਸਹੀ ਕੰਮ ਨਹੀਂ, ਕਦੇ ਵੀ ਨਹੀਂ। ਮਾਨਸਿਕ ਤੌਰ 'ਤੇ ਇਹ ਬੰਦੇ ਲੋਕਾਂ ਨੂੰ ਹਰਟ ਕਰਦਾ ਆ, ਦੁੱਖ ਦਿੰਦਾ ਆ। ਉਹ ਮਾਂ ਰੋਂਦੀ ਪਈ ਆ, ਉਹਨੂੰ ਕਹਿੰਦੀ ਮੈਨੂੰ ਮੂੰਹ ਦੇਖ ਲੈਣ ਦਿਓ ਜੀ, ਹੈ ਮੈਂ ਆਪਣੀ ਬੱਚੀ ਦੇ ਟਿੱਕਾ ਲਾ ਦੇਵਾਂ, ਮੈਂ ਬੱਚੇ ਦੇ ਹੱਥ 'ਚ ਮਹਿੰਦੀ ਲਾ ਦੇਵਾਂ, ਮਾਂ ਉਹ ਤੜਫਦੀ ਪਈ ਆ। ਇਹਦੇ ਬਾਰੇ CBI ਕੀ ਕਰੂਗੀ? ਜੇ ਇਸ ਪ੍ਰਤੱਖ ਹੈ
ਇਹ ਸਾਰੀ ਚੀਜ਼ਾਂ ਸਾਹਮਣੇ ਲੋਕਾਂ ਦੇ, ਇਹ ਵੀਡੀਓ ਰਿਕਾਰਡਡ ਨੇ। ਹੁਣ CBI ਨੇ ਇਹ 'ਚ CBI ਦੀ ਤਾਂ ਗੱਲੇ ਵੀ ਨਹੀਂ ਹੈ ਕੋਈ। ਜੇ ਤਾਂ ਗੱਲ ਹੁੰਦੀ ਵੀ ਜਿਹੜੀ ਚੀਜ਼ ਲੁਕੀ ਲਗਾਈ ਆ ਕੋਈ ਹੋਰ ਆ, ਇਹ ਤਾਂ ਪੁਲਿਸ ਦਾ, ਗਵਰਨਮੈਂਟ, UP ਗਵਰਨਮੈਂਟ ਦਾ ਧੱਕਾ ਉਹਦੇ ਵਿੱਚ ਫੁੱਲੀ ਰਿਕਾਰਡਡ ਆ ਜੀ। ਇਹ ਲੋਕਾਂ ਨੂੰ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੋਊਗੀ। ਤੇ ਜਿਹੜਾ ਇਨਸਾਫ ਹੈ ਉਹਦਾ ਪੂਰੀ ਆਪਣੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ। ਉਹਨਾਂ ਨੇ ਗਵਰਨਮੈਂਟ ਕੀ ਕਰਦੀ ਆ, ਉਹ ਜਾਣ ਕੇ ਜਿਹੜਾ ਆਪਾਂ ਮੈਂ ਪਿਛਲੀ ਵਾਰ ਵੀ ਕੀਤਾ ਸੀ ਕਿ ਉਹ ਹਮੇਸ਼ਾ ਇਹ ਕਹਿੰਦੇ ਆ ਕਿ ਲੜਕੀ ਦੇ ਰਿਲੇਸ਼ਨਸ਼ਿਪ ਸੀ, ਉਹਦੇ ਨਾਲ ਸੰਬੰਧ ਸੀਗੇ। ਠੀਕ ਹੈ ਜੀ, ਸੰਬੰਧ ਵੀ ਹੋਣ। ਸਾਡਾ ਸਮਾਜ ਅੱਜ ਅਸੀਂ 2020 'ਚ ਰਹਿੰਦੇ ਪਏ ਹਾਂ, ਤੇ ਇਸ ਦੇ ਵਿੱਚ ਇੱਕ ਬੱਚੇ ਨੂੰ, ਇੱਕ ਲੜਕੀ ਨੂੰ, ਇੱਕ ਲੜਕੇ ਨੂੰ ਆਪਣੇ ਮਨਮਰਜ਼ੀ ਦਾ ਦੋਸਤ, ਪਾਰਟਨਰ, ਹਸਬੈਂਡ ਲੱਭਣਾ ਹੱਕ ਹੈ ਜੀ। ਤੇ ਅਸੀਂ ਉਹ ਸਮਾਂ ਲੰਘ ਚੁੱਕਿਆ ਜਦੋਂ ਸਾਡੀਆਂ ਧੀਆਂ ਨੂੰ, ਸਾਡੀ ਭੈਣਾਂ ਨੂੰ, ਜਾਂ ਉਸ ਟਾਈਮ ਦੇ ਵਿੱਚ ਇੱਕ ਡੰਗਰ ਪਸ਼ੂ ਵਾਂਗੂ ਜਿਵੇਂ ਗਲ ਤੋਂ ਫੜ ਕੇ ਕਿਸੇ ਦੂਜੇ ਦੇ ਕਿੱਲੇ ਤੇ ਬੰਨ੍ਹ ਆਈਦਾ, ਇਸ ਤਰ੍ਹਾਂ ਕਰਦੇ ਰਹੇ, ਗਲਤ ਸੀਗਾ। ਹੁਣ ਬੱਚਿਆਂ ਨੂੰ ਅਧਿਕਾਰ ਚਾਹੀਦਾ ਆਪਣੀ ਮਨਮਰਜ਼ੀ ਨਾਲ ਆਪਣੇ ਲੱਭਣ। ਜੇ ਉਹ ਲੜਕੀ ਦੇ ਕਿਸੇ ਨਾਲ ਕੋਈ ਦੋਸਤੀ ਹੈ, ਤੇ ਇੱਥੇ ਆਪਾਂ ਇੰਗਲੈਂਡ ਦੇਖਦੇ ਪਏ ਹਾਂ, ਫਿਰ ਇੱਥੇ ਇੰਗਲੈਂਡ ਦਾ ਸਾਰਾ ਇੱਥੇ ਰੇਪੇ ਹੋਈ ਜਾਣ ਸਵੇਰ ਤੋਂ ਸ਼ਾਮ ਤੱਕ। ਇੱਥੇ ਲੋਕ ਰੋਜ਼ ਸ਼ਾਮ ਨੂੰ ਕਤਲ ਹੋਣਗੇ, ਬਿਲਕੁਲ ਹੈ ਨਾ। ਪਰ ਉਹ ਜਿਹੜਾ ਇਹ ਗੱਲ ਨੂੰ ਉਸ ਜਿਹੜਾ ਸਾਡਾ ਕਲਚਰ, ਜਿਹੜੇ ਅਸੀਂ ਲੋਕ ਆ ਪਿੱਛੇ ਰਹਿ ਗਏ ਆ। ਸਾਡੇ ਲੋਕਾਂ ਦੇ ਵਿੱਚ ਹੁਣ ਕੀ ਬਿਠਾਇਆ ਜਾਂਦਾ ਵੀ ਉਹਦਾ ਕੁੜੀ ਦੇ ਸੰਬੰਧ ਸੀ, ਤੇ ਉਹਦੇ ਨਾਲ ਜਿਹੜੇ ਕੋਈ ਚੰਗੇ ਭਲੇ ਲੋਕ ਵੀ ਹੈਗੇ ਨੇ ਸਾਡੇ, ਆਪਣੇ ਜਿਹੜੇ ਮਨੀਸ਼ਾ ਨਾਲ ਖੜਨ ਵਾਲੇ ਵੀ ਹੋਣਗੇ ਕਈ। ਨਹੀਂ, ਸਵਾਲ ਤਾਂ ਇਹ ਆ ਵੀ ਜੇ ਸੰਬੰਧ ਸੀ ਉਹ ਸੱਚੇ ਆ, ਤਾਂ ਫਿਰ ਰਾਤ ਨੂੰ ਲਾਸ਼ ਨੂੰ ਕਿਉਂ ਜਲਾਇਆ ਗਿਆ? ਬਿਲਕੁਲ ਇਹ ਗੱਲ ਮਤਲਬ ਕਿ ਨਾਲ ਫਿਰ ਦੂਜੀ ਗੱਲ ਆ ਵੀ ਉਹ ਜਦੋਂ ਕਿ ਗੱਲ ਚਲੋ ਕੇਸ ਚੱਲਣਾ ਆ ਵੀ ਉਹ ਜਿਹੜੇ 4 ਬੰਦਿਆਂ ਦਾ ਕੀ ਮਤਲਬ ਸੀ ਜੀ, ਹੈ ਨਾ। ਜੇ ਉਹਦੇ ਸੰਬੰਧ ਸਹੀ ਸੀਗੇ ਜਾਂ ਉਹਦੀ ਉਹ ਦੋਸਤ ਸੀ ਕੁੜੀ, ਤਾਂ ਉਹ ਆਪ ਜਿੱਦਾਂ ਚਲੋ ਆਪਾਂ ਇੱਥੇ ਬੈਠਦੇ ਇੱਥੇ ਕਾਲਜਾਂ ਵਿੱਚ, ਸਕੂਲਾਂ ਦੇ ਵਿੱਚ ਆਪਾਂ ਸਾਰੇ ਦੇਖਦੇ ਹਾਂ, ਕਾਲਜਾਂ ਦੇ ਬਾਹਰ, ਯੂਨੀਵਰਸਿਟੀਆਂ ਦੇ ਬਾਹਰ ਬੱਚੇ ਬੈਠੇ ਨੇ, 5-5 6 ਕੁੜੀਆਂ ਬੈਠੀਆਂ, 2-2 4-4 ਮੁੰਡੇ ਬੈਠੇ ਆ, ਜਾਂ ਇੱਕ ਕੁੜੀ ਆ 4 ਮੁੰਡੇ ਬੈਠੇ ਆ, 4 ਕੁੜੀਆਂ 1 ਮੁੰਡਾ ਬੈਠਿਆ। ਉਹ ਕੋਈ ਗੱਲ ਇਸ ਤਰ੍ਹਾਂ ਦੀ ਗੱਲ ਥੋੜ੍ਹੀ ਕੋਈ ਨਜਾਇਜ਼ ਹੈ ਨਾ। ਉਹਨਾਂ ਪਰ ਉਹ ਜਿਹੜਾ ਜੋ ਹਰਕਤ ਹੈ ਉਹਨਾਂ ਨੇ ਕੀਤੀ ਆ ਉਹ ਟੋਟਲੀ ਗਲਤ ਹੈ। ਉਸ ਨੂੰ ਗਵਰਨਮੈਂਟ ਲਗਾਉਣਾ ਚਾਹੁੰਦੀ ਹੈ ਕਿਉਂਕਿ ਉਹ ਠਾਕਰਾਂ ਦੇ, ਅਮੀਰਾਂ ਦੇ ਬੱਚੇ ਨੇ। ਤੇ ਉਹ ਕਹਿੰਦੇ ਆ ਕਿ ਬਾਕੀ ਮੈਂ ਮੋਹਨ ਵੀਰ ਹੋਣਾ ਦਾ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਵੀ ਇਹ ਕਿ ਸਮਾਜ ਕਿੱਧਰ ਨੂੰ ਜਾ ਰਿਹਾ, ਸਮਾਜ ਜਾ ਨਹੀਂ ਰਿਹਾ, ਇਹਨੂੰ ਲੈ ਕੇ ਜਾ ਰਿਹਾ, ਇਹਨੂੰ ਲਿਜਾਇਆ ਜਾ ਰਿਹਾ। ਆਪਾਂ ਨੂੰ ਪਤਾ ਵੀ ਜਿਸ ਦਿਨ ਦੀ ਇਹ ਭਾਰਤੀ ਜਨਤਾ ਪਾਰਟੀ ਪਾਵਰ 'ਚ ਆਈ ਆ, ਇਹਨਾਂ ਦਾ ਏਜੰਡਾ ਮੇਰੇ ਖਿਆਲ ਆਪਾਂ ਸਾਰੇ ਇਹ ਗੱਲ 'ਤੇ ਕਲੀਅਰ ਹੈਗੇ ਆ ਵੀ ਇਹਨਾਂ ਨੇ ਪਹਿਲਾਂ ਕਿਹਾ ਵੀ ਇਹ ਮਨੁਸਮਰਤੀ ਲਾਗੂ ਕਰਨੀ ਹੈ, ਅਸੀਂ ਰਾਮ ਰਾਜ ਲੈ ਕੇ ਆਉਣਾ ਹੈ ਜੀ, ਹੈ ਨਾ। ਰਾਮ ਰਾਜ ਕਿੱਦਾਂ ਦਾ ਸੀਗਾ, ਜਿਹੜੇ ਅਗਾਂਹ ਲੋਕ ਨੇ ਸਾਡੇ ਲੋਕਾਂ ਨੂੰ ਪਤਾ ਰਾਮ ਰਾਜ ਇਹਨਾਂ ਦਾ ਕਿਸ ਤਰ੍ਹਾਂ ਦਾ ਸੀਗਾ, ਤੇ ਉਸ ਨੂੰ ਲੈ ਕੇ ਜਾ ਰਹੇ ਨੇ। ਤੇ ਉਸ ਦੇ ਤਹਿਤ ਹੀ ਪਲਾਨ ਦੇ ਥੱਲੇ ਇਹ ਬਿਲਕੁਲ ਸਭ ਕੁਝ ਚੱਲ ਰਿਹਾ। ਬੜਾ ਵਧੀਆ ਇਹਨਾਂ ਨੇ ਪਲਾਨ ਕੀਤਾ ਹੈ। ਜਿੱਦਾਂ ਪਿਆਰ ਨਾਲ ਫੁੱਟ ਪਾ ਕੇ ਹੁਣ ਮੰਨਦੇ ਨੇ ਤਾਂ ਠੀਕ ਹੈ, ਨਹੀਂ ਇਹਨਾਂ ਕੋਲ ਪੁਲਿਸ ਹੈ, ਇਹਨਾਂ ਕੋਲ ਜਿਹੜਾ ਜੁਡੀਸ਼ਰੀ ਸਾਰਾ ਕੁਝ ਹੈਗਾ, ਬਿਲਕੁਲ ਜੀ, ਉਹਦੇ ਨਾਲ ਉਲਝਾ ਕੇ ਲੋਕਾਂ ਨੂੰ ਜਿਸ ਤਰ੍ਹਾਂ ਹੋ ਰਿਹਾ ਇੱਦਾਂ ਉਲਝਾਉਣਗੇ। ਹਾਂਜੀ ਬਿਲਕੁਲ ਜੀ। ਇਹ ਜ਼ਰੂਰੀ ਨਹੀਂ ਹੈ ਕਿ ਰਾਮ ਰਾਜ ਆਏਗਾ, ਕਿਉਂਕਿ ਜਿਵੇਂ ਤੁਸੀਂ ਦੱਸਿਆ ਹੈ ਕਿ ਪਹਿਲਾਂ ਵੀ ਬੜੇ ਇੰਗਲਿਸ਼ ਲੋਕ ਆਏ ਆ, ਤੁਰਕ ਆਏ ਆ, ਭਾਰਤ 'ਤੇ ਬੜੇ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਆ। ਅੱਜ ਵੀ ਮੈਂ ਸਮਝਦਾ ਇੱਕ ਤਰ੍ਹਾਂ ਦਾ ਭਾਰਤ 'ਤੇ ਹਮਲਾ ਹੀ ਆ। ਇਹ ਜੋ ਮੋਦੀ ਸਰਕਾਰ ਹੈ ਇਹ ਇੱਕ ਹਮਲੇ ਦੇ ਤੌਰ 'ਤੇ ਆ। ਬਿਲਕੁਲ ਇਹ ਸੱਚ ਦੇ ਆਧਾਰ 'ਤੇ ਸਰਕਾਰ ਨਹੀਂ ਆਈ, ਇਲੈਕਟ੍ਰੋਨਿਕ ਮੀਡੀਆ ਨਾਲ ਥੋਪੀ ਗਈ ਸਰਕਾਰ ਆ। ਇਹ ਜ਼ਰੂਰੀ ਨਹੀਂ ਹੈ ਕਿ ਉਹ ਬਣਾ ਹੀ ਸਕਣ ਉਹਨੂੰ, ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਦੇਣ, ਕਿਉਂਕਿ वो दुश्मन है मेरा ले लेगा जान थोड़ी है। ये सब धुआं ही धुआं है, आसमान थोड़ी है। जलेंगे घर लगेगी आग तो जलेंगे घर, जलेगा घर उसका भी। इस बस्ती में सिर्फ मेरा मकान थोड़ी है, इस बस्ती में सिर्फ मेरा मकान थोड़ी है। सभी का खून है वहाँ की धरती में, मैं इंडिया की गल करदा, सभी का खून है शामिल वहाँ की धरती में, किसी के बाप का हिंदुस्तान थोड़ी है। क्योंकि ਇਹਦੇ ਵਿੱਚ ਅਸੀਂ ਇਕੱਲੇ ਹਿੰਦੂਆਂ ਦਾ ਹੀ ਦੇਣ ਨਹੀਂ ਹੈ, ਇਕੱਲੇ ਸਿੱਖਾਂ ਦੀ ਦੇਣ ਨਹੀਂ ਹੈ, ਇਕੱਲੇ ਦਲਿਤਾਂ ਦੀ ਦੇਣ ਨਹੀਂ ਆ, ਇਹਦੇ ਵਿੱਚ ਸਾਰੇ ਭਾਰਤੀਆਂ ਦੀ ਦੇਣ ਹੈ। ਔਰ ਕੋਈ ਇੰਨੀ ਛੇਤੀ ਜਿਹੜਾ 15% ਵਿਅਕਤੀ ਇਹ ਸੋਚ ਲੈ ਕਿ ਮੈਂ ਇਹਨੂੰ ਹਿੰਦੁਸਤਾਨ ਨੂੰ, ਭਾਰਤ ਨੂੰ ਹਿੰਦੁਸਤਾਨ ਬਣਾ ਦਿਆਂ, ਕਿਉਂਕਿ ਅਸੀਂ ਇਹਨੂੰ ਕਦੇ ਵੀ ਹਿੰਦੁਸਤਾਨ ਨਹੀਂ ਮੰਨਦੇ। ਭਾਰਤ ਦੇ ਕਿਸੇ ਵੀ ਸੰਵਿਧਾਨ ਦੇ ਵਿੱਚ ਕਿਤੇ ਵੀ ਨਕਸ਼ਾ, ਵਰਲਡ ਦਾ ਨਕਸ਼ਾ ਚੱਕ ਕੇ ਦੇਖ ਲਓ, ਉਹਦੇ ਵਿੱਚ ਹਿੰਦੁਸਤਾਨ ਨਾਂ ਦਾ ਕੋਈ ਲਫ਼ਜ਼ ਨਹੀਂ ਹੈ, ਸਿਰਫ ਭਾਰਤ ਹੈ ਜਾਂ ਇੰਡੀਆ ਹੈ। ਸੋ ਇਸ ਕਰਕੇ ਇੱਕ ਵਹਿਮ ਆ।
ਪਿਆਰੇ ਦਰਸ਼ਕੋ, ਮਨੀਸ਼ਾ ਦੀ ਗੱਲ ਅਸੀਂ ਹਰ ਹਫਤੇ 2-4 ਮਿੰਟ ਕਰਿਆ ਕਰਾਂਗੇ ਕਿ ਉਹਨਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਮਨੀਸ਼ਾ ਦੀ ਜਿਹੜੀ CBI ਜਾਂਚ ਤਕਰੀਬਨ 3 ਦਿਨ ਦੀ ਪੂਰੀ ਹੋ ਗਈ, ਉਸ ਤੋਂ ਬਾਅਦ ਦੇ ਕੀ ਰਿਜ਼ਲਟ ਆਉਣਗੇ ਉਹ ਤੁਹਾਡੇ ਨਾਲ ਲੈ ਕੇ ਆਵਾਂਗੇ। ਅਸੀਂ ਪਿਛਲੀ ਵਾਰ ਕਿਸਾਨ ਮਸਲੇ ਨੂੰ ਅੱਧ ਵਿੱਚ ਛੱਡਿਆ ਸੀ, ਜਿਹਦੇ ਵਿੱਚ ਇਹ ਗੱਲ ਹੋਈ ਸੀ ਕਿ ਆਧੁਨਿਕੀਕਰਨ ਕਿਵੇਂ ਕੀਤਾ ਜਾ ਸਕਦਾ, ਜਿਹੜਾ ਨਵਾਂ ਬਿੱਲ ਆਇਆ ਹੈ ਉਹਦੇ ਬਾਰੇ, ਕਿਉਂਕਿ 66 ਵਿੱਚ ਜਦੋਂ ਬਿੱਲ ਆਇਆ ਸੀ ਤਾਂ ਇਸੇ ਪ੍ਰਕਾਰ ਲੜਾਈਆਂ ਹੋਈਆਂ ਸੀ, ਇਸੇ ਪ੍ਰਕਾਰ ਮੋਰਚੇ ਲਾਏ ਗਏ ਸੀ। ਉਦੋਂ ਇਹ ਸੀਗਾ ਵੀ ਕਿਸਾਨ ਆਪਣੀ ਜਿਹੜੀ ਆ ਫਸਲ ਜਿਹੜੀ ਆਪਣੀ ਵੇਚੇਗਾ, ਉਹ ਫਸਲ ਜਿਹੜੀ ਆ ਸਰਕਾਰ ਖਰੀਦੇਗੀ। ਅੱਜ ਜਿਹੜਾ ਬਿੱਲ ਆਇਆ ਨਵਾਂ ਕਿ ਕਿਸਾਨ ਜਿਹੜਾ ਆ ਉਹ ਆਪਣੀ ਫਸਲ ਆਪ ਵੇਚੇ ਜਿੱਥੇ ਮਰਜ਼ੀ, ਲੇਕਿਨ ਉਹਦੇ ਵਿੱਚ ਹੋਰ ਵੀ 2-3 ਗੱਲਾਂ ਆਈਆਂ, ਉਹਦੇ ਬਾਰੇ ਵੀ ਅਸੀਂ ਡਿਸਕਸ ਕੀਤੀਆਂ ਸੀ। ਸੋ ਮੈਂ ਕਮਲ ਜੀ ਨੂੰ ਬੇਨਤੀ ਕਰਦਾ ਕਿ ਆਪਾਂ ਅੱਗੇ ਤੋਂ ਚੱਲੀਏ ਵੀ ਆਧੁਨਿਕ ਖੇਤੀ ਤੋਂ ਅਗਲਾ ਸਬਜੈਕਟ। ਆਪਾਂ ਜੇ ਕੋਈ ਆਪਾਂ ਲੋਕਾਂ ਨੂੰ ਸਾਡੇ ਨਾਲ ਜ਼ਿਆਦਾ ਜਾਣਕਾਰੀ ਨਹੀਂ, ਹਾਂ, ਮਨੀਸ਼ਾ ਬੇੜੀ ਬਾਰੇ ਕਿ ਹੋਰ ਜਾਣਕਾਰੀ ਹੈ ਸਾਂਝੀ ਕਰਨੀ ਚਾਹੁੰਦੇ ਨੇ ਉਹ ਕਰ ਲੈਣ। ਹਾਂ, ਮਨੀਸ਼ਾ ਬਾਰੇ ਜੇ ਕੋਈ ਵੀ ਸਾਂਝੀ ਜਾਣਕਾਰੀ ਸਾਡੇ ਨਾਲ ਕਰਨੀ ਚਾਹੁੰਦੇ ਤਾਂ ਫੋਨ ਲੈਣਾ ਹੋਣਾ ਜੀ। ਕਮਲ ਜੀ। ਹਾਂਜੀ ਚਾਹਲ ਜੀ, ਆਪਾਂ ਪਿਛਲੀ ਵਾਰੀ ਜਿਹੜੀ ਗੱਲ ਕੀਤੀ ਸੀਗੀ MSP ਤੇ, ਹੈ ਨਾ, ਆਰਡੀਨੈਂਸ ਬਿੱਲ ਆ ਜਿਹੜਾ ਕਿ ਕਾਨੂੰਨ ਬਣ ਚੁੱਕਿਆ ਆ, ਉਹਦੇ ਬਾਰੇ MSP ਤੇ ਤਕਰੀਬਨ ਆਪਾਂ ਗੱਲ ਕਰ ਦਿੱਤੀ ਸੀਗੀ ਕਿ ਇਹ ਜਿਹੜੀ ਆ ਮੈਕਸਿਮਮ ਸਪੋਰਟ ਪ੍ਰਾਈਜ਼ ਆ ਉਹ ਆਪਾਂ ਕਲੀਅਰ ਕਰ ਦਿੱਤਾ ਸੀਗਾ ਕਿ ਸਾਰੇ ਦਰਸ਼ਕਾਂ ਨੂੰ ਉਹਨਾਂ ਨੇ ਸੁਣ ਲਿਆ ਹੁਣ ਤਕਰੀਬਨ ਪਤਾ ਜੀ। ਹੁਣ ਜਿਹੜਾ ਦੂਸਰਾ ਸੀਗਾ ਆਪਾਂ ਇੱਕ ਇਹ ਵੀ ਜਿਹੜੀ ਕੰਟਰੈਕਟ ਫਾਰਮਿੰਗ ਆ ਜੀ, ਕੰਟਰੈਕਟ ਫਾਰਮਿੰਗ ਦੇ ਵਿੱਚ ਕੀ ਆ ਵੀ ਇਹ ਜਿਹੜੀ ਕਾਰਪੋਰੇਟ ਅਦਾਰੇ ਆ ਜੀ, ਉਹ ਸਾਡੇ ਪਿੰਡਾਂ ਦੇ ਵਿੱਚ ਇਹ ਆਉਣਗੇ ਤੇ ਜਦੋਂ ਇਹ ਜ਼ਿਮੀਂਦਾਰਾਂ ਨੂੰ ਇਹ ਕੰਟਰੈਕਟ ਤੇ ਉਹਨਾਂ ਤੋਂ ਫਾਰਮਿੰਗ ਕਰਾਉਣਗੇ, ਮੀਨਸ ਉਹਨਾਂ ਨੂੰ ਕਹਿਣਗੇ ਕਿ ਅਸੀਂ ਤੁਹਾਨੂੰ ਪੈਸਾ ਦਿੰਦੇ ਆ ਜਾਂ ਨਹੀਂ ਵੀ ਆ, ਜਾਂ ਤੁਸੀਂ ਸਾਡੇ ਲਈ ਆਹ ਫਸਲ ਜਿਹੜੀ ਆ ਉਗਾਓ ਜੀ। ਫਸਲ ਮੀਨਸ ਮੰਨ ਲਓ ਵੀ ਇਹਦੇ ਵਿੱਚ ਸਬਜ਼ੀਆਂ ਵੀ ਆਉਂਦੀਆਂ, ਚਾਹੇ ਆਲੂ ਲਾ ਲਈਏ, ਚਾਹੇ ਆਪਾਂ ਗੰਢੇ ਪਿਆਜ਼ ਜੋ ਵੀ ਆ, ਜਿਹੜੀਆਂ ਕਿ ਰੋਜ਼। ਇੱਕ ਕਾਲ ਲੈ ਲਈਏ ਜੀ। ਹੈਲੋ ਚੰਦ ਸਾਹਿਬ ਜੀ, ਮੈਂ ਹਰਪੰਚ ਸਿੰਘ ਬੋਲ ਰਿਹਾ। ਹਾਂਜੀ ਹਾਂਜੀ ਜੀ, 1-2 ਮਿੰਟ 'ਚ ਆਪਣੀ ਗੱਲ ਨਿਬੇੜਿਓ ਜੀ। ਓਕੇ ਜੀ, ਹਾਂਜੀ ਕਰੋ ਗੱਲ ਜੀ। ਹੈਲੋ ਹਾਂਜੀ, ਕਰੋ ਗੱਲ ਜੀ। अच्छा, मैं क्या शायद उसकी कैच अप करना। ਹਾਂਜੀ ਹਾਂਜੀ। डर को मत इतना डराओ जी कि डर ही मर जाए। हाँ, वेरी गुड। इस तरह हो रही है। बाकी तुसी जो गल कीती ना, जिहड़ी CBI आ, जी, कोर्ट्स आ जी, वो सारियां इस वेले इस कोई भी गवर्नमेंट आवे ना जी, वो फ्री नहीं गियां जी। ਸਾਡੇ ਮੁਲਕ ਦੀਆਂ ਜਿਹੜੀਆਂ ਅਦਾਲਤਾਂ ਆ, ਪੁਲਿਸ ਆ, ਉਹ ਫਰੀ ਨਹੀਂ ਗਈਆਂ। ਬਿਲਕੁਲ। ਆਪਾਂ ਇਸ ਮੁਲਕ ਨਾਲ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਇਸੇ ਇੱਕ ਪ੍ਰੋਬਲਮ ਵੀ ਸਾਡੀ ਇਹੀ ਹੈ ਨਾ ਜੀ। ਜਿਹੜੀ ਪੁਲਿਸ ਆ ਉਹ ਫਰੀ ਨਹੀਂ ਜੀ, ਕਿਉਂਕਿ ਉਹਦੀ ਜੌਬ ਸੇਫ ਨਹੀਂ। ਜੱਜ ਜਿਹੜੇ ਆ ਉਹ ਫਰੀ ਨਹੀਂ ਗਏ, ਜਿਹੜੀ CID ਆ ਉਹ ਫਰੀ ਨਹੀਂ ਹੈਗੀ। ਇਹ ਜੋ ਕੁਝ ਵੀ ਮਤਲਬ ਜੋ ਕੁਝ ਵੀ ਹੋ ਰਿਹਾ, ਇਹ ਕਰਪਟ ਸਿਸਟਮ ਹੈ ਸਾਡੇ ਸਿਸਟਮ ਦਾ। ਇਹਨਾਂ ਨੇ ਡੈਮੋਕ੍ਰੇਸੀ ਦਾ ਬੇੜਾ ਗਰਕ ਕਰ ਦਿੱਤਾ ਜੀ। ਔਰ ਚੰਦ ਸਾਹਿਬ, ਤੁਹਾਨੂੰ ਪਤਾ ਕਿ ਚਲੋ ਬੜਾ ਦੂਰ ਨਹੀਂ ਜਾਂਦਾ, ਮਾੜੀ ਮਿਸਾਲ ਦਿੰਦਾ ਤੁਹਾਨੂੰ ਜੀ। ਪੰਜਾਬ ਦੇ ਵਿੱਚ ਇੱਕ ਲੀਡਰ ਸੀਗੀ, ਧਾਰਮਿਕ ਲੀਡਰ ਜੀ, ਉਹਨੂੰ 5-6 ਸਾਲ ਦੀ ਸਜ਼ਾ ਹੋ ਚੁੱਕੀ ਸੀ ਜੀ। ਇਹੀ ਗਵਰਨਮੈਂਟ ਸੀ, ਇਹੀ ਭਾਈਵਾਲ ਸੀਗੇ, ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਜੀ। ਇਦਾਂ ਹੀ ਇੱਥੇ ਹੋ ਰਿਹਾ, ਕਿਤੇ ਵੀ ਚੱਲ ਜਾ ਤੁਸੀਂ। ਆ ਜਿਹੜਾ ਆਪਣੀ ਕੀ ਨਾਮ ਲਖਨਊ ਦੇ ਵਿੱਚ ਜਿਹੜਾ ਬਾਬਰੀ ਮਸਜਿਦ ਦਾ ਫੈਸਲਾ ਹੋਇਆ ਜੀ, ਕਿਉਂਕਿ ਜਿਹਦਾ ਕਾਨੂੰਨ ਆ ਜੀ, ਉਹ ਆਪਣੇ ਮੁਤਾਬਕ ਕਰ ਰਿਹਾ। ਮੁਗਲਾਂ ਨੇ ਵੀ ਮਤਲਬ ਜਦੋਂ ਆਪਣੇ ਉਹਨਾਂ ਦਾ ਰਾਜ ਸੀ, ਉਹਨਾਂ ਨੇ ਵੀ ਹਿੰਦੂਆਂ ਦੀਆਂ ਮੱਤੇ ਆਪੋ ਇਹਨਾਂ ਦਾ ਰਾਜ ਹੈ, ਇਹ ਢਾਹ ਰਿਹਾ ਹੈਗਾ। ਸੋ ਇਹ ਸਿਸਟਮ ਜਿਹੜਾ ਹੈਗਾ ਨਾ, ਇਹ ਚੱਲ ਰਿਹਾ ਹੈਗਾ। ਇਹ ਜੋ ਸਿਸਟਮ ਸਾਹਮਣੇ ਆ ਰਿਹਾ ਕਿ ਇਦਾਂ ਲੱਗਦਾ ਕਿ ਭਰਾ ਮਾਰੂ ਜੰਗ ਲੱਗੇਗੀ ਇੰਡੀਆ 'ਚ। ਬਿਲਕੁਲ ਭਰਾ ਮਾਰੂ ਜੰਗ ਹੈ। ਔਰ ਦੂਸਰਾ ਕਿ ਨਾ ਚਾਲ ਸਾਹਿਬ, ਤੁਸੀਂ ਮੈਨੂੰ ਜ਼ਿਆਦਾ ਜਾਣਦੇ ਹੋ ਕਿ ਉੱਥੋਂ ਮਤਲਬ ਮੈਚਿਓਰ ਹੋ ਕੇ ਆਏ ਹੋ ਜੀ, ਕਿਉਂਕਿ ਮੈਂ ਉੱਥੇ ਜਾਂਦੂ ਮੈਂ ਤਾਂ ਆਇਆ, ਮੈਨੂੰ ਬੜਾ ਨਹੀਂ ਪਤਾ ਹੈਗਾ ਪਰ ਫਿਰ ਵੀ ਤੁਸੀਂ ਉਹਨਾਂ ਥੋੜ੍ਹੀ ਇਨ ਟੱਚ ਤਾਂ ਹੈਗੇ ਨਾ, ਠੀਕ ਨੇ ਜੀ। ਪਰ ਅਸੀਂ ਇਹ ਸੋਚਦੇ ਹਾਂ ਕਿ ਜੋ ਕੁਝ ਉਸ ਮੁਲਕ 'ਚ ਹੋ ਰਿਹਾ, ਮੇਰਾ ਖਿਆਲ ਹੈ ਕਿ ਉਹ ਆਪਣੀ ਬਰਬਾਦੀ ਦੇ ਨਿਸ਼ਾਨੀਆਂ ਉਸ ਮੁਲਕ ਦੀਆਂ ਉਹਦੇ ਸਾਹਮਣੇ ਖੜੀਆਂ ਜੀ। ਔਰ ਕਸ਼ਮੀਰ ਦੇ ਵਿੱਚ ਦੇਖੋ, ਕਸ਼ਮੀਰ ਦੇ ਵਿੱਚ ਉਹਨਾਂ ਨੂੰ ਸਾਲ ਭਰ ਤੋਂ ਬੰਦ ਰੱਖਿਆ ਜੀ। ਉਹ ਅੱਗੇ ਆਪੂ ਜੀ ਇਹਦੇ ਹੱਕ ਹੀ ਬੋਲਦੇ ਸੀ, ਜਿਹੜੀ ਪਹਿਲੀ ਚੀਫ ਮਿਨਿਸਟਰ ਸੀਗੀ ਜੀ। ਅੱਜ ਉਹ ਵੀ ਇਹਨਾਂ ਦੇ ਖਿਲਾਫ ਬੋਲ ਰਹੀ ਆ। ਉਹਨੇ ਜੁਆਇੰਟ ਆਪਣਾ ਮੋਰਚਾ ਲਾਉਣਾ ਔਰ ਇਹ ਮੁੱਦੇ ਦਾ ਉਹਨੇ ਬੇੜਾ ਗਰਕ ਕਰਕੇ ਛੱਡਣਾ। ਕਸ਼ਮੀਰ ਦਾ ਜੋ ਕੁਝ ਨੇ ਫੈਸਲਾ ਲਿਆ ਨਾ, ਜੋ ਉਹਨਾਂ ਨੂੰ ਜਿਹੜੀ ਸਹੂਲਤ ਦਿੱਤੀ ਸੀ ਉਹ ਵਾਪਸ ਲਈ ਆ। ਇਹ
ਇਹਨਾਂ ਦਾ ਇੱਕ ਦਿਨ ਗੱਲ ਘਟਣਾ ਕਿ ਦੇਖ ਲਈਏ ਨਿਰਦੇਸ਼ਕ ਦੀ, ਕਿਉਂਕਿ ਕਸ਼ਮੀਰ ਜਿਹੜੇ ਸਾਡੇ ਲੋਕ ਜਿਹੜੇ ਯੂਪੀ ਦੇ ਲੋਕ ਆ ਉਹਨਾਂ ਦੇ ਪਿੱਛੇ ਵਿਚਾਰੇ ਗਰੀਬ ਲੋਕਾਂ ਦੇ ਪਿੱਛੇ ਕੋਈ ਨਹੀਂ ਗਾ, ਪਰ ਕਸ਼ਮੀਰੀਆਂ ਦੀ ਇਹ ਹਾਲਤ ਨਹੀਂ ਹੈਗੀ ਜੀ। ਕਸ਼ਮੀਰੀਆਂ ਦੇ ਪਿੱਛੇ ਇੱਕ ਨਿਊਕਲ ਪਾਵਰ ਖੜੀ ਆ ਜੀ। ਇਸ ਕਰਕੇ ਇਹ ਨਾ ਇਹਨਾਂ ਨੂੰ ਸੁਰਤ ਆਉਣੀ ਹੈਗੀ ਆ, ਵਕਤ ਦੀ ਲੋੜ ਆ। ਜਦੋਂ ਟਾਈਮ ਆਏਗਾ ਇਹ ਹਮੇਸ਼ਾ ਨਹੀਂ ਏਦਾਂ ਰਹਿਣੀ। ਤੁਸੀਂ ਹਿੰਦੁਸਤਾਨ ਦੇ ਇੰਟੈਲੈਕਚੁਅਲ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ, ਯੰਗ ਨੂੰ ਪੜ੍ਹ ਕੇ ਦੇਖੋ, ਉਹ ਇਸ ਵੇਲੇ ਕਿੰਨਾ 5,000-7,000 ਮੀਲ ਬੈਠੇ ਆ ਜੀ। ਜਦੋਂ ਆਪਾਂ ਨੂੰ ਇੱਥੇ ਪੇਨ ਮਹਿਸੂਸ ਹੋ ਰਿਹਾ, ਜ਼ੁਲਮ ਮਹਿਸੂਸ ਹੋ ਰਿਹਾ ਕਿ ਐਡਾ ਵੱਡਾ ਸਾਡੇ ਮੁਲਕ ਜ਼ੁਲਮ ਹੋ ਰਿਹਾ, ਕਿ ਉਹਨਾਂ ਲੋਕਾਂ ਨਹੀਂ ਹੋ ਰਿਹਾ। ਉਹ ਲੋਕੀ ਤਾਂ ਬਹੁਤ ਐਡਵਾਂਸ ਹੈ। ਅੱਜ ਦੀ ਜਨਤਾ ਮੇਰੇ ਜ਼ਮਾਨੇ ਦੀ ਨਹੀਂ ਹੈਗੀ ਕਿ ਜਿਹਨਾਂ 80% ਅਨਪੜ੍ਹ ਜਨਤਾ ਬੈਠੀ ਆ। ਅੱਜ ਮੁੰਡੇ ਪੜ੍ਹੇ ਲਿਖੇ ਨੌਜਵਾਨ ਬੈਠੇ ਆ ਹਰ ਬਰਾਦਰੀ ਦੇ ਵਿੱਚ, ਕੋਈ ਘਾਟਾ ਨਹੀਂ ਹੈਗਾ। ਬਿਲਕੁਲ ਤੁਹਾਡੇ ਸਾਹਮਣੇ ਯੂਪੀ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਹੈ, ਕਿਸ ਤਰੀਕੇ ਨਾਲ ਬੋਲਦਾ, ਜਿਹੜਾ ਕਨਈਆ ਨਾਲ ਸੀ, ਕਿਸ ਸਪੀਡ ਨਾਲ, ਕਿਸ ਪਾਵਰ ਨਾਲ, ਕਿਸ ਕਪੈਸਿਟੀ ਦੇ ਨਾਲ ਇਨਸਾਨ ਬੋਲ ਰਿਹਾ। ਤੇ ਗਰੀਬ ਘਰ ਚੋਂ ਸਾਡੀ ਰਾਸ਼ਟਰੀ ਜਿਹੜੀ ਆ ਉਹ ਗਰੀਬੀ ਆ। ਮੈਂ ਤਾਂ ਇਸ ਮੌਕੇ ਜਿਹੜੇ ਲੋਕ ਸਾਡੇ ਮੁਲਕਾਂ 'ਚ ਬਹੁਤ ਸਾਰੇ ਲੋਕੀ ਬਾਹਰ ਰਹਿੰਦੇ ਆ, ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਕਿ ਰੱਬ ਦੇ ਵਾਸਤੇ ਅਗਰ ਤੁਸੀਂ ਆਪਣੇ ਭਾਈਚਾਰੇ ਦੀ ਹੈਲਪ ਕਰਨਾ ਚਾਹੁੰਦੇ ਆ ਤੇ 1 ਕਰੋੜ ਰੁਪਏ ਦਾ ਟਰਸਟ ਪੈਦਾ ਕਰੋ, ਤਾਂ ਕਿ ਜਿਹੜੇ ਸਾਡੇ ਨੌਜਵਾਨ ਅੱਜ ਜਵਾਨ ਆਪਣੀ ਖੋਲ ਰਹੇ ਨੇ, ਖੜ ਰਹੇ ਨੇ, ਤੁਹਾਡੇ ਹੱਕਾਂ ਲਈ ਲੜ ਰਹੇ ਨੇ, ਤੁਹਾਡੇ ਫਿਊਚਰ ਲਈ ਲੜ ਰਹੇ, ਤੁਹਾਡੇ ਬੱਚਿਆਂ ਵਾਸਤੇ, ਤਾਂ ਕਿ ਉਹ ਪਿੱਛੇ ਨਾ ਹਟ ਸਕਣ। ਇੱਕ ਕਮਜ਼ੋਰੀ ਉਹਨਾਂ ਦੀ ਇਹੀ ਆ ਕਿ ਜਿਹੜੀ ਸਾਡੀ ਇਕਨੋਮਿਕ ਹਾਲਤ ਕਮਜ਼ੋਰ ਹੈ। ਜਦੋਂ ਇਹਨਾਂ ਨੇ ਕਿਸਾਨ ਨੂੰ ਬਰਬਾਦ ਕਰਨਾ ਚਾਹੁੰਦੇ ਪੰਜਾਬ ਦੇ ਨੂੰ, ਇਹਨਾਂ ਨੂੰ ਹੋਰ ਕਿਸੇ ਤੋਂ ਡਰ ਨਹੀਂ। ਚਾਰ ਸਾਹਿਬ ਇਹਨਾਂ ਨੂੰ ਇਹ ਪਤਾ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਨਾ, ਇਹ ਸਾਨੂੰ ਬਰਬਾਦ ਕਰੇਗਾ, ਇਹ ਸਾਨੂੰ ਖਾ ਲੇਗਾ ਇੱਕ ਦਿਨ। ਹੁਣ ਵੀ ਕਿੱਦਾਂ ਹੀ ਆ, ਔਰ ਉਹਨੂੰ ਮਤਲਬ ਨੀਵਾਂ ਕਰਨ ਵਾਸਤੇ, ਉਹਨੂੰ ਕਮਜ਼ੋਰ ਕਰਨ ਵਾਸਤੇ ਸਭ ਕੁਝ ਹੋ ਰਿਹਾ। ਔਰ ਬਿਲਕੁਲ ਦੇਖੋ ਯੂਪੀ ਜਿਹੜਾ ਜ਼ੁਲਮ ਹੋ ਰਿਹਾ, ਇਹ ਜਿਹੜੀ ਨਾ ਮੁਲਕ ਦੀ ਬਰਬਾਦੀ ਹੋ ਰਹੀ ਆ, ਇਹਦੀ ਕੀਮਤ ਇਹ ਪਾਰਟੀ, ਇਹ ਬੀਜੇਪੀ ਇੱਕ ਦਿਨ ਪੇ ਕਰੇਗੀ। ਤੁਸੀਂ ਇਸ ਤੇ ਚੇਤਾ ਰੱਖਣਾ ਚਾਹੀਦਾ। ਬਿਲਕੁਲ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਸਰ ਜੀ। ਬਿਲਕੁਲ ਜੀ, ਜਿਹੜੇ ਅਗਰ ਧਿਆਨ ਦੇ ਨਾਲ ਦੇਖੋ, ਪੰਜਾਬ ਦੇ ਵਿੱਚ 10-10 ਖੇਤਾਂ ਦੇ ਮਾਲਕ ਜੋ ਪੂਰਬੀ ਲੋਕ ਆ, ਜਿਨ੍ਹਾਂ ਨੂੰ ਅਸੀਂ ਬਈਏ ਕਹਿੰਦੇ ਆ, ਬਈਏ ਸ਼ਬਦ ਭਰਾ ਹੁੰਦਾ, ਉਹਨਾਂ ਦੇ 10 ਆ, ਕਿਸੇ ਦੇ 20 ਖੇਤ ਆ, ਲੇਕਿਨ ਉਹ 3-3 ਖੇਤ ਜਿਨ੍ਹਾਂ ਦੇ ਪੰਜਾਬ ਦੇ ਵਿੱਚ ਆ, ਉਹਨਾਂ ਜ਼ਿਮੀਂਦਾਰਾਂ ਦੇ ਆ ਕੇ ਆਪਣਾ ਪੂਰਾ ਦਾ ਪੂਰਾ ਪਰਿਵਾਰ ਪਾਲਦੇ, ਉਹਨਾਂ 3 ਖੇਤਾਂ ਦੇ ਸਿਰ ਦੇ ਉੱਤੇ ਜੀ। ਕਮਲ ਜੀ। ਹਾਂਜੀ, ਇਹ ਜਿਹੜੀ ਕੰਟਰੈਕਟ ਫਾਰਮਿੰਗ ਆ, ਜਿੱਦਾਂ ਇਹ ਫਾਰਮਰਸ ਨੂੰ ਜਿਹੜੇ ਪੰਜਾਬ ਦੇ ਵਿੱਚ ਆ, ਉਹਨਾਂ ਨੂੰ ਇਹ ਉਕਸਾਉਣਗੇ ਕਿ ਤੁਹਾਨੂੰ ਜੀ ਤੁਸੀਂ ਆਹ ਫਸਲਾਂ ਬੀਜੋ, ਜਿੱਦਾਂ ਕਿ ਆਲੂ ਆ, ਗੰਢੇ, ਪਿਆਜ਼ ਹੋ ਗਿਆ, ਜਾਂ ਹੋਰ ਜਿਹੜੀਆਂ ਸਬਜ਼ੀਆਂ ਨੇ, ਗੋਭੀ ਹੋ ਗਈ, ਜਾਂ ਹੋਰ ਗਾਜਰਾਂ ਹੋ ਗਈਆਂ, ਜਾਂ ਹੋਰ ਇੱਦਾਂ ਦੀ ਜਿਹੜੀ ਫਾਰਮਿੰਗ ਹੈ ਨਾ ਜੀ। ਫਿਰ ਇਹ ਉਹਨਾਂ ਨੂੰ ਜਦੋਂ ਇਹ ਉਹਨਾਂ ਨੂੰ ਬਜਵਾਉਣਗੇ ਤਾਂ ਕੰਟਰੈਕਟ ਕਰਨਗੇ ਕਿ ਮੰਨ ਲਓ ਇਹਨਾਂ ਨੇ 5 ਸਾਲ ਦਾ ਕੀਤਾ ਜਾਂ 10 ਸਾਲ ਦਾ ਫਾਰਮਰਸ ਦੇ ਨਾਲ ਉਸ ਕਿਸਾਨ ਦੇ ਨਾਲ ਕਰ ਲਿਆ ਜੀ। 10 ਸਾਲ ਦਾ ਜੇ ਕੰਟਰੈਕਟ ਕਰ ਲਿਆ ਤੇ ਇਹ 2-3 ਸਾਲ ਬਾਅਦ ਜਿਹੜੀ ਇਹਨਾਂ ਦੀ ਚਾਲ ਲੱਗਦੀ ਹੈ, ਜੋ ਇਹਨਾਂ ਸਮਝ ਪੈਂਦੀ ਹੈ ਸਾਨੂੰ, ਜਿਹੜਾ ਦੇਖਣ ਨੂੰ ਆਉਂਦਾ ਹੈ ਕਿ ਕੀ ਇਹ ਕਰਨਗੇ, ਕੀ ਹੋ ਸਕਦਾ, ਉਹ ਫਿਰ 3 ਸਾਲ ਬਾਅਦ ਜਾਂ 5 ਸਾਲ ਬਾਅਦ, 4 ਸਾਲ ਬਾਅਦ ਇਹ ਕੀ ਕਰਨਗੇ ਕਿ ਸਾਨੂੰ ਤੇਰੀ ਫਸਲ ਹੈ ਜਿਹੜੀ ਤੂੰ ਲੈ ਕੇ ਆਉਣਾ ਹੈ, ਚਾਹੇ ਟਮਾਟਰ ਆ, ਚਾਹੇ ਗੋਭੀ ਆ, ਉਹਦੇ ਵਿੱਚ ਹੋ ਸਕਦਾ ਕਿ ਪੈਸਟੀਸਾਈਡ ਜ਼ਿਆਦਾ ਹੋਵੇ ਜੀ। ਉਹ ਸੈਂਪਲਸ ਭਰਨਗੇ ਜਾਂ ਉਹ ਇਹ ਕਹਿਣਗੇ ਕਿ ਸਾਡੇ ਇਹ ਮੁਤਲਕ ਜਿਹੜੀ ਦੇਸ਼ ਦੇ ਵਿੱਚ ਵਿਕਣ ਲਈ ਇਹ ਯੋਗ ਨਹੀਂ ਹੈਗੀ, ਜਾਂ ਇਹਦਾ ਜਿਹੜਾ ਰੰਗ ਆ ਉਹ ਸਹੀ ਨਹੀਂ ਹੈਗਾ, ਜਾਂ ਇਹ ਟਮਾਟਰ ਦੀ ਗੱਲ ਕਰੋ ਇਹ ਗੋਲ ਨਹੀਂ ਹੈਗਾ। ਜਿੱਦਾਂ ਕੋਈ ਨਾ ਕੋਈ ਪ੍ਰੋਬਲਮ ਖੜੀ ਕਰਨੀ ਹੋਵੇ, ਉਹ ਪ੍ਰੋਬਲਮ ਖੜੀ ਕਰਨਗੇ ਉਸ ਕਿਸਾਨ ਦੇ ਲਈ, ਤਾਂ ਕਿ ਉਹ ਜਿਹੜਾ ਆਪਣਾ ਜਿਹੜੀ ਉਹਦੀ ਫਸਲ ਹੈਗੀ ਆ, ਉਹ ਇੱਕ ਤਾਂ ਉਹਨੂੰ ਘੱਟ ਰੇਟ 'ਤੇ ਦੇ ਸਕੇ। ਜੇ ਉਹ ਮੰਨ ਲਓ 100 ਰੁਪਏ ਕਿਲੋ ਆ ਕੋਈ ਵੀ ਚੀਜ਼ ਆ, ਫਿਰ ਉਹ ਕੰਪਨੀਆਂ ਕੀ ਕਰਨਗੀਆਂ ਵੀ ਅਸੀਂ ਇਹ ਸਹੀ ਨਹੀਂ ਹੈਗੀ, ਜਾਂ ਤਾਂ ਇਹ ਸਾਨੂੰ 30 ਰੁਪਏ ਨੂੰ ਦੇ ਦੇ ਜੀ, ਨਹੀਂ ਤਾਂ ਅਸੀਂ ਤੇਰੀ ਫਸਲ ਨਹੀਂ ਲੈਣੀ ਹੈਗੀ। ਉਹ ਜਿਹੜਾ ਕੰਟਰੈਕਟ ਕੀਤਾ ਹੋਊਗਾ ਉਹਦਾ, ਤੇ ਮੁੜ ਕੇ ਉਹ ਜਿਹੜਾ ਫਾਰਮਰ ਆ ਉਹ ਫਸ ਜਾਣਾ। ਦੇਖੋ ਫਸ ਜਾਣਾ, ਉਹਨੇ ਉਹਨਾਂ ਤੋਂ, ਉਹ ਕੰਪਨੀਆਂ ਤੋਂ ਹੋ ਸਕਦਾ ਲੋਨ ਵੀ ਲਏ ਹੋਣ, ਜਾਂ ਹੋਰ ਬੈਂਕਾਂ ਤੋਂ ਲੋਨ ਲਏ ਹੋਣ, ਉਹਨੇ ਫਸਲ ਉਗਾਉਣ ਲਈ, ਬੀਜਣ ਲਈ। ਉਹ ਫਿਰ ਕੀ ਕਰਨਗੀਆਂ, ਉਹਨਾਂ ਦੀਆਂ ਫਸਲਾਂ ਹੋਣਗੀਆਂ ਜੀ ਵੀ ਜਾਂ ਤਾਂ ਹੁਣ ਤੁਸੀਂ ਜਿਹੜੀ ਜ਼ਮੀਨ ਆ ਉਹ ਜਾਂ ਤਾਂ ਛੱਡ ਦਿਓ ਤੁਸੀਂ, ਜਾਂ ਜਿਹੜੇ ਪੈਸੇ ਆ ਜਿਹੜੇ ਸਾਡੇ ਵਾਪਸ ਕਰੋ, ਜਿਹੜਾ ਕੰਟਰੈਕਟ ਹੋਇਆ। ਹੁਣ ਕੰਟਰੈਕਟ ਦੇ ਅਗੇਂਸਟ ਆਪਾਂ ਜਦੋਂ ਉਹ ਕਿਸਾਨ ਕਿਹਦੇ ਕੋਲ ਜਾਊਗਾ? ਕੋਰਟਸ ਉਹਨਾਂ ਲਈ ਬੰਦ ਕਰ ਦਿੱਤੀਆਂ ਗਈਆਂ, ਕਿਉਂਕਿ ਤੁਸੀਂ ਕੋਰਟ ਨਹੀਂ ਜਾ ਸਕਦੇ। ਉਹਦੇ ਲਈ ਕੀ ਆ, ਵੱਧ ਤੋਂ ਵੱਧ ਤੁਸੀਂ SDM ਦੇ ਜਾ ਸਕਦੇ ਆ ਵੀ ਜੇ ਤੁਹਾਡੇ ਨਾਲ ਕੋਈ ਧੱਕਾ ਹੋ ਗਿਆ ਤਾਂ ਹੋਣਾ ਤਾਂ ਹੈਗਾ ਹੀ ਆ, ਉਹ ਸਾਨੂੰ ਸਾਰਿਆਂ ਨੂੰ ਵੀ ਪਤਾ ਕਿ ਧੱਕਾ ਤਾਂ ਹੋਣਾ ਹੀ ਹੋਣਾ ਆ। ਬਿਲਕੁਲ, ਪਹਿਲਾਂ ਵੀ ਹੋਇਆ। ਉਹ ਵੱਧ ਤੋਂ ਵੱਧ ਕਿੱਥੇ ਜਾਊਗਾ? SDM ਦੇ ਕੋਲ ਜਾਊਗਾ ਜੀ।
SDM ਦੇ ਕੋਲ ਜਾਊਗਾ ਜਾਂ ਉਹ ਵੱਧ ਤੋਂ ਵੱਧ DC ਦੇ ਕੋਲ ਜਾ ਸਕਦਾ। ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਛੋਟੇ ਕਿਸਾਨ ਆ, ਕਿਸੇ ਕੋਲ 2 ਏਕੜ ਜ਼ਮੀਨ ਆ, ਕਿਸੇ ਕੋਲ 3 ਏਕੜ ਜਾਂ 5 ਏਕੜ, ਈਵਨ 10 ਏਕੜ ਵੀ ਹੋਊਗੀ। ਕਾਲ ਹੋਲਡ ਕਰਾ ਲਈਏ। ਹੈਲੋ, ਹਾਂਜੀ ਕੌਣ ਬੋਲਦੇ ਜੀ? ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਗਗਨਜੀਤ ਬੋਲਦਾ ਜੀ, ਬਰਮਿੰਘਮ ਤੋਂ। ਕਰਮਜੀਤ ਜੀ? ਗਗਨਜੀਤ ਜੀ ਕਰਿਓ ਹੋਲਡ। ਗਗਨਜੀਤ ਹਮਦਰਦ ਜੀ ਬੋਲਦੇ? ਨਹੀਂ, ਮੈਂ ਗਗਨਜੀਤ ਬੋਲਦਾ, ਮੈਂ ਹਮਦਰਦ ਦਾ ਮੁੰਡਾ ਹੀ ਬੋਲਦਾ ਹਾਂ। ਗਗਨਜੀਤ ਜੀ ਠੀਕ ਹੈ, ਹੋਲਡ ਕਰਨਾ ਸਰ ਜੀ ਜਰਾ ਜੀ। ਹਾਂਜੀ, ਉਹ ਵੱਧ ਤੋਂ ਵੱਧ SDM ਦੇ ਕੋਲ ਜਾਣਗੇ ਲੋਕ ਜੀ। ਜਿਹੜੇ 5 ਏਕੜ ਜ਼ਮੀਨ ਵਾਲਾ ਜਾਂ 10 ਏਕੜ ਜ਼ਮੀਨ ਵਾਲਾ, ਚਾਲ ਜੀ ਤੁਸੀਂ ਇਹ ਦੇਖੋ ਕਿ ਉਹਦੀ ਪਹੁੰਚ SDM ਤੱਕ ਜਾਂ DC ਤੱਕ ਜਾਣ ਦੀ ਹੈ ਜੀ। ਉੱਥੇ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਕਿਸੇ ਨੂੰ ਜੀ, ਹੈ ਨਾ। ਤੇ ਜਾਣੀ ਕਿ ਜੇ ਕਿਸੇ ਨਾਲ ਕੋਈ ਧੱਕਾ ਹੁੰਦਾ, ਟਰਾਲੀਆਂ ਦੇ ਵਿੱਚ ਭਰ ਕੇ ਲੋਕਾਂ ਨੂੰ ਮਿਹਨਤਾਂ ਤਾਲੇ ਕਰਕੇ ਕਿਤੇ ਮੁਜ਼ਾਹਰੇ ਕਰਨੇ ਪੈਂਦੇ। ਕਿੱਦਾਂ ਹੋ ਰਹੇ ਮੁਜ਼ਾਹਰੇ ਅੱਜ? ਸਾਰੇ ਇੰਡੀਆ ਦੇ ਵਿੱਚ ਤਾਂ ਅੱਗ ਲੱਗੀ ਉਹ ਜੀ। ਜਾਣੀ ਕਿ ਉਹਨਾਂ, ਤੁਸੀਂ ਇਹ ਮੰਨ ਕੇ ਚੱਲੋ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਸੁਣਵਾਈ ਹੋਣੀ ਨਹੀਂ, ਚਾਹੇ ਉਹ SDM ਆ ਚਾਹੇ ਉਹ DC ਆ। ਉਹ ਹੈ ਕਿਹਦਾ? ਆਖਰ ਨੂੰ ਤਾਂ ਗਵਰਨਮੈਂਟ ਦਾ ਬੰਦਾ। ਬਿਲਕੁਲ ਜੀ। ਆਪਾਂ ਇੱਕ ਕਾਲ ਲੈ ਕੇ ਫਿਰ ਜੀ। ਗਗਨ ਜੀ ਹੈਲੋ ਭਾਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਜਿੱਦਾਂ ਭਾਜੀ ਹੁਣੀ ਦੱਸ ਰਿਹਾ ਨਾ ਆਰਡੀਨੈਂਸ ਬਾਰੇ, ਹਾਂਜੀ ਇਸ ਤਰ੍ਹਾਂ ਪਰਸੋਂ ਇੱਕ ਹੋਰ ਵੀ ਆਪਣਾ ਕਿਸਾਨ ਭਾਈ ਸੀਗਾ, ਉਹ ਦੱਸ ਰਿਹਾ ਸੀ ਇਹ ਸੇਮ ਗੱਲ ਜੀ। ਸੋ ਮੈਂ ਨਾ ਇਹ ਚਾਹੁੰਦਾ ਵੀ ਜਿੱਦਾਂ ਨਾ ਇਹ ਜਿਹੜਾ ਆਰਡੀਨੈਂਸ ਦੀ ਇਹ ਕਰਨ ਦੀ ਬਜਾਏ ਨਾ, ਜੇ ਕਿਤੇ ਸਿਸਟਮ ਸਹੀ ਕਰ ਦਿੰਦੇ ਨਾ ਜੀ, ਜਿਹੜਾ ਮੌਜੂਦਾ ਸਿਸਟਮ ਹੈ ਜੀ, ਜਿੱਦਾਂ ਰਿਸ਼ਵਤਖੋਰੀ ਹੈ, ਹਾਂਜੀ, ਇਹਨਾਂ ਚੀਜ਼ਾਂ ਨੂੰ ਕਿਤੇ ਲੈ ਕੇ ਇਹ ਕੰਮ ਕਰ ਦਿੰਦਾ ਤਾਂ ਫਿਰ ਵਧੀਆ ਰਹਿਣਾ ਸੀਗਾ। ਇਹਨੇ ਹੋਰ ਵੀ ਵਿੱਚ ਪੰਨਾ ਖੜਾ ਕਰ ਦਿੱਤਾ ਆ, ਕਿਉਂਕਿ ਇਹ ਹੁਣ ਤਾਨਾਸ਼ਾਹੀ ਰਾਜ ਚੱਲੂਗਾ ਪੰਜਾਬ ਇੰਡੀਆ ਦੇ ਵਿੱਚ। ਇਹ ਜੇ ਉਹੀ ਕਹਿ ਰਹੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਜਦੋਂ ਤੁਹਾਡੇ ਦੇ ਕੋਲੇ ਤੁਹਾਡੀਆਂ ਚੀਜ਼ਾਂ ਹੀ ਨਹੀਂ ਰਹਿਣੀਆਂ, ਤੁਸੀਂ ਕਰੋਗੇ ਕੀ? ਬਿਲਕੁਲ। ਦੇਖੋ ਗਗਨ ਜੀ, ਜਿਹੜੀ ਕਿਸਾਨ ਆ ਹਮੇਸ਼ਾ ਹੀ ਜ਼ਮੀਨ ਨੂੰ ਮਾਂ ਆਖਦਾ ਆ। ਜਦੋਂ ਉਹ ਵੱਟਾਂ ਹੀ ਨਹੀਂ ਰਹਿਣਗੀਆਂ, ਉਹ ਆਪਣੇ ਖੇਤ ਦੇ ਵਿੱਚ ਆਪ ਕੰਮ ਦਿਹਾੜੀ ਕਰੂਗਾ। ਜਦੋਂ ਫਿਰ ਆਪਣੇ ਬੱਚਿਆਂ ਨੂੰ ਦੱਸਿਆ ਕਰੂਗਾ, ਪੁੱਤ ਇੱਥੇ ਕ ਆਪਣੀ ਜ਼ਮੀਨ ਹੁੰਦੀ ਸੀ। ਇਹ ਮੈਨੂੰ ਸਮਝ ਨਹੀਂ ਆਈ ਵੀ ਕਿਹੜਾ ਕਾਨੂੰਨ ਹੈ। ਕੋਰਟ ਨਹੀਂ ਜਾ ਸਕਦੇ, ਕਿਤੇ ਨਹੀਂ ਜਾ ਸਕਦੇ ਜੀ। ਇਸ ਕਰਕੇ ਬਹੁਤ ਜਿਹੜੀ ਹੈਗੀ ਆ ਸੋਚ ਸਮਝ ਕੇ ਸਾਨੂੰ ਕਿਸਾਨਾਂ ਨੂੰ ਵੀ ਫੈਸਲਾ ਲੈਣਾ ਚਾਹੀਦਾ। ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮਿਸਲਾਂ ਵੇਲੇ ਜਦੋਂ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ, ਉਦੋਂ ਇਹ ਕਾਨੂੰਨ ਹੁੰਦਾ ਸੀ। ਉਹ ਸਿਰਫ ਰਾਜੇ ਦੇ ਅੰਡਰ ਜ਼ਮੀਨ ਹੁੰਦੀ ਸੀ ਤੇ ਕਿਸਾਨ ਉਹਨੂੰ ਵਾਹ ਸਕਦਾ ਸੀ। ਹਾਂਜੀ, ਇਹ ਉਸ ਵੇਲੇ ਦੀ ਗੱਲ ਹੈ, ਜਿਹੜੀ ਇਹ 70 ਸਾਲ ਜਾਂ 300 ਸਾਲ ਪਹਿਲਾਂ ਦੀ ਗੱਲ ਸੀ। ਉਹ ਆ ਜੇ 70 ਸਾਲ ਲੋਕਾਂ ਕੋਲ ਆਈ ਹੈ ਤਾਂ ਉਹਨੂੰ ਵਿਗਾੜ ਦਿੱਤਾ। ਇੰਡੀਪੈਂਡੈਂਟ ਨਹੀਂ ਸੀ ਨਾ। ਹਾਂਜੀ, ਉਦੋਂ ਇੱਕ ਰਾਜੇ ਦੇ ਅੰਡਰ ਸੀਗਾ ਕੰਮ ਸਾਰਾ। ਹੁਣ ਤਾਂ ਲੋਕੀ ਡੈਮੋਕ੍ਰੇਸੀ ਹੈ ਨਾ, ਇੰਡੀਪੈਂਡੈਂਟ ਜਿਹੜੀ ਖਤਮ ਹੋ ਜੂਗੀ। ਬਿਲਕੁਲ। ਤੇ ਕਿਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ, ਕਿਸਾਨ ਕੀ ਪੰਜਾਬ ਹੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਇਹਨੇ ਦੱਬਿਆ ਕੁਚਲਿਆ ਜਾਣਾ ਹੈਗਾ ਆ। ਬਿਲਕੁਲ। ਸੋ ਇਸ ਨੂੰ ਬਚਾਉਣ ਦੀ ਖਾਤਰ ਸਾਨੂੰ ਇਸ ਟਾਈਮ ਸਾਨੂੰ ਕੋਈ ਹੰਭਲਾ ਮਾਰਨਾ ਚਾਹੀਦਾ। ਜਿੱਦਾਂ ਇਸ ਟਾਈਮ ਸਾਰੇ ਕਿਸਾਨ ਏਕਤੇ ਦੇ ਵਿੱਚ ਨੇ, ਫਿਰ ਇਹਨਾਂ ਦੇ ਨਾਲ ਆਪਾਂ ਨੂੰ ਮਜ਼ਦੂਰਾਂ ਨੂੰ ਜਾਂ ਹੋਰ ਵਰਗ ਨੂੰ ਵੀ ਸਾਨੂੰ ਸਾਥ ਦੇਣਾ ਚਾਹੀਦਾ ਜੀ। ਇਕੱਲਾ ਕਿਸਾਨ ਨੂੰ ਫਰਕ ਨਹੀਂ ਪਿਆ, ਮਜ਼ਦੂਰ ਨੂੰ ਫਰਕ ਪਿਆ, ਮੰਡੀ ਵਾਲੇ ਨੂੰ ਫਰਕ ਪਿਆ, ਮੰਡੀਦਾਰ ਕਾਨੂੰਨ ਨੂੰ ਫਰਕ ਪਿਆ, ਦੁਕਾਨਦਾਰ ਨੂੰ ਫਰਕ ਪਿਆ। ਧਰਨਿਆਂ ਦੇ ਉੱਤੇ ਇਕੱਲਾ ਕਿਸਾਨ ਹੀ ਆ। ਬਿਲਕੁਲ ਬਿਲਕੁਲ। ਤੇ ਸਾਨੂੰ ਸਾਰਿਆਂ ਨੂੰ, ਜੇ ਚਾਹੇ ਵੱਡਾ ਆ ਤੇ ਛੋਟਾ ਆ ਕਾਰੋਬਾਰੀ, ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਸ ਮਾਮਲੇ ਦੇ ਵਿੱਚ। ਬਿਲਕੁਲ ਬਿਲਕੁਲ। ਜੇ ਕਿਸਾਨ ਬਚੂਗਾ ਤੇ ਗਾਂ ਅਸੀਂ ਵੀ ਬਚਾਂਗੇ, ਨਹੀਂ ਤਾਂ ਫਿਰ ਸਾਰੇ ਆਪਾਂ, ਤੁਹਾਨੂੰ ਪਤਾ ਹੀ ਹੈ ਕਿੱਧਰ ਨੂੰ ਗੱਲ ਜਾਂਦੀ ਹੈ। ਆਉਣ ਵਾਲੇ ਸਮੇਂ ਲਈ ਪੰਜਾਬ ਦੇ ਹਾਲਾਤ ਜਿਹੜੇ ਸੁਖਾਵੇਂ ਨਹੀਂ ਹੈ। ਨਾ ਜੀ ਨਾ, ਕਦੇ ਵੀ ਤੁਸੀਂ ਹੁਣ ਦੇਖ ਹੀ ਰਹੇ ਹੋ, ਕਈ ਬੰਦੇ ਤਾਂ ਵਿਚਾਰੇ ਹਾਰਟ ਅਟੈਕ ਨਾਲ ਮਰ ਗਏ ਵੀ ਸਾਡੇ ਨਾਲ ਹੋਇਆ ਕੀ ਹੈ। ਬਿਲਕੁਲ। ਤੇ ਪੁਲਿਸ ਵਾਲੇ ਵੀ ਕੋਈ ਮਤਲਬ ਚੰਗਾ ਵਰਤਾਰਾ ਨਹੀਂ ਕਰਦੇ ਹੈਗੇ। ਸੋ ਲੋਕਾਂ ਦੇ ਵਿੱਚ ਕਲੈਸ਼ ਹੀ ਹੋ ਰਿਹਾ। ਬਹੁਤ ਮਿਹਰਬਾਨੀ ਗਗਨ ਜੀ। ਥੈਂਕ ਯੂ ਜੀ। ਥੈਂਕ ਯੂ ਸਰ, ਥੈਂਕ ਯੂ। ਪਿਆਰੇ ਦਰਸ਼ਕੋ, ਟਾਈਮ ਥੋੜਾ ਜਿਹਾ ਪਲੀਜ਼ ਹੁਣ ਕਾਲ ਜਿਹੜੀ ਨਾ ਕਰਿਓ, ਕਿਉਂਕਿ ਕਾਲ ਲਈ ਨਹੀਂ ਜਾਣੀ। ਜੀ ਕਮਲ ਜੀ। ਹਾਂਜੀ, ਆਪਾਂ ਉਹ ਕਰਦੇ ਸੀ ਗੱਲ ਵੀ ਕੰਟਰੈਕਟ ਫਾਰਮਿੰਗ ਦੀ। ਜੀ। ਹੁਣ ਦੇਖੋ, ਇਹਦੇ ਨਾਲ ਧੱਕਾ ਜਿਹੜਾ ਆ ਉਹ ਕਿਸਾਨਾਂ ਨਾਲ ਐਡਾ ਕੁ ਵੱਡਾ ਹੋਣਾ ਆ, ਕਿਉਂਕਿ ਬਿੱਲ ਤਾਂ ਇਹ ਪਾਸ ਹੋ ਚੁੱਕੇ, ਕਾਨੂੰਨ ਬਣ ਚੁੱਕਿਆ ਆ। ਤੇ ਉਹਦੇ ਤੇ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹ ਬਹੁਤ ਵੱਡੇ ਪੱਧਰ ਤੇ ਉਹ ਧਰਨੇ ਆ, ਚਾਹੇ ਮੌਲ ਉਹਨਾਂ ਨੇ ਘੇਰੇ ਹੋ ਆ,
ਚਾਹੇ ਲਾ ਲਓ ਤੁਸੀਂ ਰੋਡਸ ਹੋ ਗਏ ਜਿਹੜੇ ਜਿੱਥੇ ਟੋਲ ਪਲਾਜ਼ੇ ਆ, ਚਾਹੇ ਉਹਨਾਂ ਦੇ ਹੈ ਨਾ। ਮੈਂ ਗੱਲ ਕਰਨੀ ਚਾਹੁੰਦਾ, ਮੇਰੇ ਖਿਆਲ ਇੱਕ ਮੀਟਿੰਗ ਵੀ ਦੀ ਗੱਲ ਤੁਰੀ ਆ। ਹਾਂਜੀ, ਮੀਟਿੰਗ ਦੇਖੋ ਕੱਲ ਸੀਗੀ ਜੀ, ਹੈ ਨਾ, ਕੱਲ ਸੀਗੀ। ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਕੋਲ ਦਿੱਤੀ ਸੀਗੀ ਸੈਂਟਰ ਗਵਰਨਮੈਂਟ ਨੇ, ਤੇ ਕਿ ਸਾਨੂੰ ਤੁਸੀਂ ਆ ਕੇ ਮਿਲੋ। ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ 31 ਦੀਆਂ 31 ਤਕਰੀਬਨ, ਇਹਨਾਂ ਤੋਂ ਜਿਹੜੀ ਇਹਨਾਂ ਦੀ ਨੁਮਾਇੰਦਗੀ ਕਰਦੇ ਆ ਤਾਂ ਉਹ 5-7 ਜਾਂ ਕਿੰਨੇ ਵੀ ਜੋ ਵੀ ਉਹਨਾਂ ਦੇ ਨੁਮਾਇੰਦੇ ਹੈਗੇ ਆ, ਉਹ ਉਹਨਾਂ ਦੇ ਨਾਲ ਉੱਥੇ ਹੋ ਸਕਦਾ ਉਸ ਤੋਂ ਵੱਧ ਵੀ ਉਹ ਦਿੱਲੀ ਗਏ ਨੇ। ਉਹਦੇ ਵਿੱਚ ਦੇਖਣ ਨੂੰ ਕੀ ਆਇਆ ਆ ਵੀ ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਨੇ ਸ਼ਰੇਆਮ ਧੱਕਾ ਹੀ ਕੀਤਾ। ਧੱਕਾ ਇੱਦਾਂ ਲਾ ਲਓ ਵੀ ਤਕਰੀਬਨ ਇਹ 2-2.5 ਘੰਟੇ 3 ਘੰਟੇ ਉਹਨਾਂ ਦੀ ਮੀਟਿੰਗ ਚੱਲੀ। ਮੀਟਿੰਗ ਦੇ ਵਿੱਚ ਦੇਖਣ ਨੂੰ ਕੀ ਆਇਆ ਬਾਹਰ ਵੀ ਇਹਨਾਂ ਨੂੰ ਸੱਦ ਲਿਆ ਗਿਆ। ਸੱਦਣ ਦੇ ਨਾਲ ਜਿਹੜਾ ਐਗਰੀਕਲਚਰ ਮਿਨਿਸਟਰ ਆ ਉਹ ਉਸ ਮੀਟਿੰਗ ਦੇ ਵਿੱਚ ਆਇਆ ਹੀ ਨਹੀਂ ਜੀ। ਉਹਨਾਂ ਨੇ ਆਪਣਾ ਸੈਕਟਰੀ ਭੇਜ ਦਿੱਤਾ ਜੀ। ਹੁਣ ਸੈਕਟਰੀ ਦੇ ਨਾਲ ਕਿਸਾਨ ਜਥੇਬੰਦੀਆਂ ਕੀ ਗੱਲ ਕਰਨਗੀਆਂ? ਜਿਹੜਾ ਮਿਨਿਸਟਰ ਆ ਜਿਹਦੇ ਦੇਖ ਰੇਖ ਦੇ ਤੇ ਉਹ ਮਹਿਕਮਾ ਆ ਪੂਰਾ ਜੀ, ਜਦੋਂ ਉਹੀ ਬੰਦਾ ਵਿੱਚ ਹੈ ਨਹੀਂਗਾ ਤਾਂ ਉਹ ਸਿਰਫ ਇੱਕ ਸ਼ੋਸ਼ਾ ਛੱਡਿਆ ਗਿਆ ਵੀ ਪਹਿਲਾਂ ਉਹਨਾਂ ਨੂੰ ਭਾਂਪ ਲਓ, ਉਹਨਾਂ ਨੂੰ ਸੋਚ ਲਓ, ਦੇਖ ਲਓ ਉਹ ਕੀ ਕਹਿੰਦੇ ਆ, ਉਹ ਕਿੱਥੇ ਕੁ ਖੜਦੇ ਆ, ਜਾਂ ਉਹ ਕਿੱਦਾਂ ਕਦੀ ਸੋਚ ਰੱਖਦੇ ਆ ਵੀ ਉਹ ਕੀ ਕਿਹੜੀਆਂ ਜਿੱਦਾਂ ਮੰਨਤਾ ਮੰਨਣ ਨੂੰ ਤਿਆਰ ਹੈਗੇ ਆ, ਜਿੱਦਾਂ ਵੀ ਉਹਨਾਂ ਨੂੰ ਦੇਖੋ ਕਿੱਥੇ ਕੁ ਤੱਕ ਉਹ ਪਹੁੰਚਦੇ ਆ, ਕੀ ਉਹਨਾਂ ਦੀ ਸੋਚ ਕੀ ਆ। ਉਹ ਫਿਰ ਉਹ ਵਾਪਸ ਤਕਰੀਬਨ ਉਹ ਸਾਰੇ ਉਹ ਵਾਪਸ ਆ ਗਿਆ, ਸਾਰੇ ਨਿਊਜ਼ ਦੇ ਵਿੱਚ ਵੀ ਆ ਗਿਆ ਵੀ ਉਹਨਾਂ ਨੇ ਫਿਰ ਆ ਕੇ ਫਿਰ ਉਹੀ ਗੱਲ ਕੀਤੀ ਆ ਵੀ ਅਸੀਂ ਇਹ ਜਿਹੜੀਆਂ ਤੁਹਾਡੀਆਂ ਮਨੌਤਾਂ ਜਾਂ ਕਿੱਦਾਂ ਤੁਸੀਂ ਸਾਨੂੰ ਸਮਝਾਓ ਨਾ, ਕਾਨੂੰਨ ਇਹ ਕੀ ਆ। ਉਹ ਟਰਾਈ ਕਰਦੇ ਸੀ ਵੀ ਅਸੀਂ ਸਮਝਾਉਣਾ ਜਦੋਂ ਕਿਸਾਨਾਂ ਨੂੰ। ਕਿਸਾਨ ਹੁਣ ਪੜ੍ਹਿਆ ਲਿਖਿਆ ਕਿਸਾਨ ਆ, ਕੋਈ ਐਸੀ ਗੱਲ ਨਹੀਂ ਹੈਗੀ ਉਹ ਮੂਰਖ ਨਹੀਂ ਹੈਗੇ ਕਿਸਾਨ, ਹੈ ਨਾ। ਜੇ ਕਿਸਾਨ ਆਪ ਨਹੀਂ ਪੜ੍ਹਿਆ ਲਿਖਿਆ, ਜੇ ਉਹਦੀ 70 ਸਾਲ ਦੀ ਉਮਰ ਲਾ ਲਓ ਤਾਂ ਉਹਨਾਂ ਦੇ ਬੱਚੇ ਤਾਂ ਗਾਹਾਂ ਪੜ੍ਹੇ ਲਿਖੇ ਹੀ ਆ ਨਾ ਜੀ। ਪਰ ਇੱਕ ਗੱਲ ਹੋਰ ਵੀ ਹੈ ਜਿੱਥੇ ਕਰਨ ਵਾਲੀ ਕਮਲ ਜੀ, ਜਿਹੜਾ ਕਿਸਾਨ ਦੀ ਜ਼ਮੀਨ ਆ ਉਹ ਦਿਨੋਂ ਦਿਨ ਘਟ ਰਹੀ ਆ। ਘਟ ਇਸ ਨਹੀਂ ਰਹੀ ਵੀ ਉਹ ਸੁੰਗੜ ਰਹੀ ਆ, ਲੇਕਿਨ ਉਹ ਵੰਡੀ ਜਾ ਰਹੀ ਬੱਚਿਆਂ 'ਚ। ਨਹੀਂ ਦੇਖੋ, ਵੰਡੀ ਤਾਂ ਜਾਣੀ ਆ ਉਹ, ਦੇਖੋ ਕੋਈ ਵੀ ਚੀਜ਼ ਆ ਹੈ ਨਾ, ਵੰਡੀ ਤਾਂ ਉਹ ਜਾਣੀ ਆ। ਜਿੱਦਾਂ ਫੈਮਲੀਜ਼ ਡਿਵਾਈਡ ਹੋਈ ਜਾਂਦੀਆਂ ਹੈ ਨਾ, ਉਹ ਵੰਡੀ ਤਾਂ ਜਾ ਰਹੀ ਆ। ਪਰ ਦੂਜੇ ਪਾਸੇ ਜੇ ਵੰਡੀ ਜਾ ਰਹੀ ਆ ਪਰ ਉਹਦੇ ਨਾਲ ਇੱਦਾਂ ਨਹੀਂ ਹੈ ਕਿ ਜ਼ਮੀਨ ਘਟ ਜਾਣੀ ਹੈ, ਜ਼ਮੀਨ ਤਾਂ ਉਨੀ ਰਹਿਣੀ ਆ ਨਾ ਜੀ, ਹੈ ਨਾ। ਜ਼ਮੀਨ ਉਨੀ ਰਹਿਣੀ ਆ। ਉਹ ਐਗਰੀਕਲਚਰ ਲੈਂਡ ਹੈ ਜਿਹੜੀ। ਹੁਣ ਇਹ ਦੇਖੋ ਗੌਰਮੈਂਟਾਂ ਦੀਆਂ ਸ਼ੈਤਾਨੀਆਂ ਕਿੱਥੇ ਆ। ਹੁਣ ਪਿੱਛੇ ਜਿਹੜੀਆਂ ਗੌਰਮੈਂਟਾਂ ਆਈਆਂ ਪੰਜਾਬ ਦੇ ਵਿੱਚ, ਅਕਾਲੀ ਗੌਰਮੈਂਟ ਸੀਗੀ ਉਸ ਟਾਈਮ ਦੇ ਵਿੱਚ, ਅਨਆਥੋਰਾਈਜ਼ਡ ਕਲੋਨੀਆਂ ਕਿੰਨੀਆਂ ਕੱਟੀਆਂ ਗਈਆਂ ਜ਼ਮੀਨਾਂ ਦੇ ਵਿੱਚੋਂ ਜੀ, ਹੈ ਨਾ। ਜਦ ਕਿ ਇਹ ਸਾਡਾ ਇਹ ਵਿਸ਼ਾ ਇਹਦੇ ਨਾਲੋਂ ਅਲੱਗ ਆ ਥੋੜ੍ਹਾ ਜਿਹਾ, ਪਰ ਫਿਰ ਵੀ ਤੁਸੀਂ ਸੋਚ ਕੇ ਦੇਖੋ ਜਿੱਥੇ ਕਿ ਕੋਈ ਸੀਵਰੇਜ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈਗਾ, ਕੋਈ ਲਾਗੇ ਚਾਗੇ ਦਾ ਕੋਈ ਕੁਝ ਹੈ ਹੀ ਨਹੀਂ ਜੀ। ਕਿੰਨੀਆਂ ਕਲੋਨੀਆਂ ਕੱਟ ਕੇ ਉਹਨਾਂ ਨੂੰ ਵੇਚ ਕੇ ਤਾਂ ਪੈਸਾ ਵਟਿਆ ਗਿਆ। ਉਹ ਕੰਪਨੀਆਂ ਕਿੱਥੋਂ ਦੀਆਂ ਸੀਗੀਆਂ, ਕੌਣ ਲੋਕ ਸੀਗੇ ਉਹ, ਹੈ ਨਾ। ਕਿੱਦਾਂ ਪੰਜਾਬ ਦੇ ਵਿੱਚ ਬਾੜੇ ਗਏ ਉਹ ਲੋਕ, ਹੈ ਨਾ। ਕਿ ਲੋਕਾਂ ਨੂੰ ਭਰਮਾਉਣ ਲਈ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ, ਚਾਹੇ ਉਹ 5-5 ਕਰੋੜ ਨੂੰ ਖੇਤ ਵਿਕਿਆ, ਚਾਹੇ 10-10 ਕਰੋੜ ਨੂੰ ਵੀ ਕਿਤੇ ਖੇਤ ਵਿਕਿਆ, ਹੈ ਨਾ। ਅਤੇ ਲੋਕਾਂ ਨੂੰ ਭਰਮਾਉਣ ਲਈ ਇਸੇ ਤਰ੍ਹਾਂ ਇਹ ਜਿਹੜੇ ਆਰਡੀਨੈਂਸ ਬਿੱਲ ਆ ਲਿਆ ਕੇ ਲੋਕਾਂ ਨੂੰ ਜਿੱਦਾਂ ਇਹ ਬੇਵਕੂਫ ਬਣਾ ਰਹੇ ਆ ਵੀ ਦੇਖੋ ਜੀ ਕਿਸਾਨ ਨੂੰ ਤਾਂ ਜਿਹੜੀ ਫਸਲ ਆ ਉਹ ਕਿਤੇ ਵੀ ਇੱਕ ਤਾਂ ਵੇਚ ਸਕਦਾ ਅਤੇ ਉਹਨੂੰ ਜਿਹੜਾ ਵੱਧ ਤੋਂ ਵੱਧ ਮੁੱਲ ਮਿਲੂਗਾ, ਹੈ ਨਾ। ਵੀ ਜੇ 2000 ਰੁਪਏ ਨੂੰ ਕੁਆਂਟਲ ਕਣਕ ਆ ਜਾਂ ਕਿੱਦਾਂ ਆ, ਵੀ ਉਹ ਜੇ ਹੋਰ ਕਿਤੇ ਜਾ ਕੇ ਵੇਚੂਗਾ ਹੋ ਸਕਦਾ ਉਹਨੂੰ ਵੱਧ ਮਿਲੇ। ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਕਿਸਾਨ ਜਿਹੜਾ ਵਿਚਾਰਾ 2 ਕਿੱਲੇ ਦੀ ਜ਼ਮੀਨ 'ਤੇ ਖੇਤੀ ਕਰਦਾ, ਉਹਦੇ ਕੋਲ ਤਾਂ ਵੱਧ ਤੋਂ ਵੱਧ ਜੇ ਝਾੜ ਆਪਾਂ ਮੰਨ ਕੇ ਚੱਲੀਏ ਵੀ ਜੇ ਕਣਕ ਦੀ ਗੱਲ ਕਰੀਏ ਤਾਂ 20-22 ਕੁਆਂਟਲ ਝਾੜ ਜਿਹੜਾ ਨਿਕਲਦਾ ਹੈ ਖੇਤ ਦੇ ਵਿੱਚੋਂ, ਹੈ ਨਾ। ਚਲੋ ਥੋੜ੍ਹਾ ਬਹੁਤਾ ਉਹਦੇ ਆਸ-ਪਾਸ ਵੀ ਹੋ ਸਕਦਾ, ਘੱਟ ਵੀ ਹੋ ਸਕਦਾ, ਵੱਧ ਵੀ ਹੋ ਸਕਦਾ। ਜੇ ਉਹਦੀ 2 ਕਿੱਲੇ ਦੀ ਜ਼ਮੀਨ ਵਾਹੀ ਕਰਦਾ ਆ ਤਾਂ ਉਹਦੇ ਤੋਂ ਕਿੰਨੇ ਕੁਆਂਟਲ ਨਿਕਲਿਆ? ਮੰਨ ਲਓ 50 ਕੁਆਂਟਲ ਨਿਕਲਿਆ। 50 ਕੁਆਂਟਲ ਉਹਦੀ ਜਿਹੜੀ ਕਣਕ ਆ, ਕੀ ਉਹ ਜੇ ਉਹ ਮੰਨ ਲਓ ਕਿ ਉਹ ਜਲੰਧਰ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਆ, ਕੀ ਉਹ ਜਲੰਧਰ ਤੋਂ 50 ਕੁਆਂਟਲ ਉਸ ਕਣਕ ਨੂੰ ਕੀ ਉਹ ਬੰਬੇ ਵੇਚਣ ਚੱਲ ਜੂ ਜੀ, ਹੈ ਨਾ। ਗੱਲ ਤਾਂ ਇੱਥੇ ਇਹ ਵੀ ਆਉਂਦੀ ਹੈ ਨਾ ਵੀ ਇਹ ਜਿਹੜਾ ਲੋਕਾਂ ਨੂੰ ਭਰਮਾਇਆ ਜਾ ਰਿਹਾ ਨਾ, ਉਹਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਵੀ ਨਹੀਂ ਇਹ ਤਾਂ ਕੋਈ ਏਡੀ ਗੱਲ ਨਹੀਂ ਹੈਗੀ। ਹੁਣ ਜਿਵੇਂ ਪਿੱਛੇ ਜਿਹਾ ਕੱਲ੍ਹ ਪਰਸੋਂ ਦੀ ਗੱਲ ਆ, ਪੰਜਾਬ ਗੌਰਮੈਂਟ ਦੇ ਵਿੱਚ ਕੀ ਹੋਇਆ, ਮਨਪ੍ਰੀਤ ਬਾਦਲ ਦਾ ਬਿਆਨ ਆਇਆ, ਪੰਜਾਬ ਗੌਰਮੈਂਟ ਨੇ ਵੀ ਦਿੱਤਾ, ਹੋਰਾਂ ਵੀ ਕਈ ਪਾਰਟੀਆਂ ਨੇ ਵੀ ਦਿੱਤਾ, ਕੋਈ ਲੋਕ ਜਿਹੜੇ ਹੈਗੇ ਉਹਨਾਂ ਨੇ ਦਿੱਤਾ ਵੀ ਪੰਜਾਬ ਦੇ ਵਿੱਚੋਂ ਜਿਹੜਾ ਆ ਬਲੈਕ ਆਊਟ ਹੋ ਸਕਦਾ ਜੀ, ਹੈ ਨਾ। ਦੇਖੋ ਭਰਮਾਉਣ ਲਈ, ਲੋਕਾਂ ਨੂੰ ਬੇਵਕੂਫ ਬਣਾਉਣ ਲਈ, ਹੈ ਨਾ। ਬਲੈਕ ਆਊਟ ਹੋ ਸਕਦਾ ਕਿ ਬਿਜਲੀ ਹੈ ਜਿਹੜੀ ਕੋਲਾ ਖਤਮ ਹੋ ਚੁੱਕਿਆ ਆਲਰੇਡੀ, ਕਹਿੰਦੇ ਸਾਡੇ ਕੋਲ ਜਿਹੜੀ ਬਿਜਲੀ ਆ ਉਹ ਹੈ ਹੀ ਨਹੀਂ, ਉਹਦੇ ਲਈ ਹਾਂ। ਅਤੇ ਫਿਰ ਦੂਜੇ ਪਾਸੇ ਇਹ ਵੀ ਕਹਿ ਰਿਹਾ ਮਨਪ੍ਰੀਤ ਬਾਦਲ, ਕੀ ਕਹਿ ਰਿਹਾ ਉਹ ਕਹਿੰਦਾ ਕਿ ਜਿਹੜਾ
ਕਸ਼ਮੀਰ ਸਾਈਡ ਤੇ ਜਿੰਨੀ ਵੀ ਸਾਡੀ ਫੌਜ ਆ ਉਹਨਾਂ ਦੇ ਕੋਲ ਅਸਲਾ ਖਤਮ ਹੋ ਰਿਹਾ ਜੀ, ਖਤਮ ਹੋ ਚੁੱਕਿਆ। ਉਹਨਾਂ ਦੇ ਰਾਸ਼ਨ ਪਾਣੀ ਲਈ ਉਹਨਾਂ ਦਾ ਹੋਰ ਵੀ ਜੋ ਵੀ ਸੁਵਿਧਾ ਜਿਹੜੀ ਹੈਗੀ ਹੈ ਟ੍ਰੇਨਾਂ ਦੇ ਰਾਹੀਂ ਜਿਹੜੀ ਆ ਉਹ ਜਾਂਦੀ ਆ, ਉਹ ਖਤਮ ਹੋ ਚੁੱਕੀ ਆ। ਤੇ ਸਾਨੂੰ ਇਹ 'ਤੇ ਸੋਚਣਾ ਚਾਹੀਦਾ ਆ, ਜਾਣੀ ਕਿ ਉਹਨੂੰ ਇਹ ਪੁੱਛਣ ਵਾਲਾ ਹੋਵੇ ਵੀ ਤੂੰ ਮਿਨਿਸਟਰ ਤਾਂ ਹੈਗਾ ਫਾਈਨਾਂਸ ਮਿਨਿਸਟਰ ਜੀ ਪੰਜਾਬ ਦਾ, ਹੈ ਨਾ, ਤੇ ਫਿਕਰ ਤੈਨੂੰ ਹੈਗਾ ਡਿਫੈਂਸ ਮਿਨਿਸਟਰ ਜੀ ਦਾ, ਜੀ ਹੈ ਨਾ। ਉਹ ਇੰਡੀਆ ਲੈਵਲ ਦੀ ਗੱਲ ਆ। ਇੰਡੀਆ ਦਾ ਡਿਫੈਂਸ ਮਿਨਿਸਟਰ ਜਿਹੜਾ ਹੈਗਾ ਉਹ ਬਿਆਨ ਜੇ ਦਿੰਦਾ ਤਾਂ ਕੋਈ ਗੱਲ ਵੀ ਬਣਦੀ, ਹੈ ਨਾ। ਤੇ ਉਹ ਬਿਆਨ ਕੌਣ ਦੇ ਰਿਹਾ? ਪੰਜਾਬ ਦਾ, ਜੀ ਬਿਲਕੁਲ, ਹੈ ਨਾ ਜੀ। ਤੁਸੀਂ ਸੌਰੀ ਨਾਲ ਇਹਨਾਂ ਨਾਲ ਗੱਲ ਜੁੜਦੀ ਹੈ ਵੀ ਇਹਨਾਂ ਨੂੰ ਅਸਲ ਦੇ ਵਿੱਚ ਕੀ ਹੈ, ਕਿਸ ਤਰ੍ਹਾਂ ਜੁੰਡਲੀ ਲੜਦੀ ਹੈ। ਇਹਨਾਂ ਨੂੰ ਅੱਜ ਕੋਲਾ ਮੁੱਕਿਆ ਖਰੇ ਨਹੀਂ ਮੁੱਕਿਆ ਉਹਦਾ ਫਿਕਰ ਪੈ ਗਿਆ, ਬਰੂਦ ਉੱਥੇ ਮੁੱਕ ਗਿਆ ਨਹੀਂ ਮੁੱਕਿਆ ਉਹਦਾ ਫਿਕਰ ਪੈ ਗਿਆ। ਅੱਜ 6 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਦੋਂ ਲੋਕਡਾਊਨ ਲੱਗਿਆ ਕਰੋਨਾ ਕਰਕੇ, ਉਹ ਲੱਖਾਂ ਲੋਕ ਜਿਹੜੇ ਬੇਰੁਜ਼ਗਾਰ ਹੋਏ ਪੰਜਾਬ ਦੇ ਵਿੱਚ, ਜਿਹਨੂੰ ਅਸੀਂ ਖੇਤੀ ਮਜ਼ਦੂਰ ਕਹਿੰਦੇ ਆ, ਭਈਏ ਕਹਿੰਦੇ ਆ ਵਿਚਾਰਿਆਂ ਨੂੰ, ਤੇ ਲਫ਼ਜ਼ ਤਾਂ ਚੰਗਾ ਪਰ ਜੋ ਜਾਂ ਪੰਜਾਬੀ ਉਹਨੂੰ ਕਹਿੰਦਾ ਉਹ ਗਾਲ ਮੂੰਹ ਗਾਲ ਕਰਦਾ ਵੀ ਜਦੋਂ ਉਹ ਵਿਚਾਰੇ 1200 ਮੀਲ ਤੁਰ ਕੇ ਗਏ ਨੇ ਜੀ, ਉਦੋਂ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਕੋਈ ਫਿਕਰ ਨਹੀਂ ਸੀ। ਉਹ ਟ੍ਰੇਨਾਂ ਕਿੱਥੇ ਸੀ? 14-15 ਦਿਨ ਉਹ ਕਿ ਲਗਭਗ 1.5 ਮਹੀਨਾ ਵਿਚਾਰੇ ਰੁਲਦੇ ਰਹੇ ਆ, ਮਾਵਾਂ ਬੱਚੇ ਸੜਕ ਤੇ ਬੱਚਿਆਂ ਨੂੰ ਜਨਮ ਦਿੰਦ ਰਹੀਆਂ, ਤੇ ਇਹ ਉਹ ਉਸ ਦਾ ਬਿਲਕੁਲ ਫਿਕਰ ਨਹੀਂ ਸੀਗਾ। ਤੇ ਆ ਇੰਨੀ ਗੱਲ ਦਾ ਫਿਕਰ ਪੈ ਗਿਆ। ਆਪਾਂ ਇਹ ਗੱਲ ਤੋਂ ਮੈਂ ਕਰ ਜਿਹੜੀ ਅਸਲ ਦੇ ਵਿੱਚ ਗੱਲ ਹੈ ਜਿਹੜੀ ਖੇਤੀ ਬਾਰੇ ਇਹ ਆ ਵੀ ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਜਾਂ ਇੰਡੀਆ ਇੱਕ ਖੇਤੀ ਪ੍ਰਧਾਨ ਮੁਲਕ ਸੀ, ਜਿਹਦਾ ਸਾਰਾ ਦਾਰੋਮਦਾਰ ਸਾਰਾ ਖੇਤੀ ਨਾਲ ਜੁੜਿਆ ਸੀ। ਅੱਜ ਵੀ ਜੇ ਪੰਜਾਬ ਦਾ ਇਕੱਲੇ ਦਾ ਕਹੀਏ ਆਪਾਂ, ਦਾਰੋਮਦਾਰ ਬਹੁਤਾ ਹੁਣ ਇਸ ਵਕਤ ਉਹ ਖੇਤੀ ਨਾਲ ਜੁੜਿਆ। ਖੇਤੀ ਕੀਤੀ ਜਾਂਦੀ ਹੈ, ਮੰਡੀ 'ਚ ਆਉਂਦੀ ਹੈ, ਵਿਕਦੀ ਹੈ, ਚੀਜ਼ਾਂ ਬਣਦੀਆਂ, ਉਹਨੂੰ ਛਾਣਨੇ ਵਾਲੇ, ਵੇਚਣੇ ਵਾਲੇ, ਸਾਰਾ ਕੁਛ ਉਹਦੇ ਨਾਲ ਜੁੜਿਆ ਹੋਇਆ ਪੰਜਾਬ ਦਾ ਜੀ। ਤੇ ਹੁਣ ਤੱਕ ਇਹ ਇੱਕ ਹੱਦ ਤੱਕ ਸਹੀ ਸੀਗੀ ਗੱਲ, ਪਰ ਜਿਹੜਾ ਟਾਈਮ ਹੈ, ਜਿਹੜੀ ਇੰਡਸਟਰੀ ਆ, ਉਹ ਅੱਗੇ ਨੂੰ ਜਿਹੜਾ ਸਰਮਾਏਦਾਰ ਇੰਡੀਆ ਦਾ ਉਹ ਚਾਹੁੰਦਾ ਇਹ ਵਧੇ ਜੀ। ਤੇ ਜਿਹੜੇ ਲੋਕ 2.5 ਖੇਤ ਲਾ ਕੇ ਬੈਠੇ, ਮੈਂ ਅੱਗੇ ਵੀ ਗੱਲ ਕੀਤੀ ਸੀ, ਉਹ ਇਹ ਕਹਿੰਦਾ ਵੀ ਇਹ ਆਪਣੇ ਵੇਚਣ ਤੇ ਸਾਡੇ ਕੋਲ ਆ ਕੇ ਕੰਮ ਕਰਨ, ਤੇ ਜਿਹੜੀਆਂ ਇਹਨਾਂ ਜ਼ਮੀਨਾਂ ਆ ਉਹ ਸਾਡੇ ਕੋਲ ਆਉਣ ਜੀ। ਆ ਤੇ ਜਿਹੜਾ ਇਹ ਲਗਭਗ ਹੋਣਾ ਵੀ ਇੱਦਾਂ ਹੀ ਹੈ। ਜੇ ਅਸੀਂ ਜਿਹੜੇ ਲੋਕ ਮੇਰੇ ਵੀਰ ਕਿਸਾਨ ਇੰਡੀਆ 'ਚ ਹੈਗੇ ਨੇ ਵੀ ਅੱਗੇ ਮੈਂ ਗੱਲ ਕੀਤੀ, ਜੇ ਜਦ ਤੱਕ ਉਹ ਸਾਂਝੀ ਖੇਤੀ ਨਾ ਸ਼ੁਰੂ ਕਰਦੇ ਹੋਣ, ਜੇ ਹੁਣ 2-2.5 ਕਿੱਲੇ ਵਾਲੇ ਹੈਗੇ, ਟਰੈਕਟਰ ਰੱਖਿਆ, ਤਵੀਆਂ ਰੱਖੀਆਂ, ਹਲ ਰੱਖੇ ਆ, ਸਾਰਾ ਕੁਝ ਰੱਖਿਆ, ਤੇ ਉਹਨਾਂ ਨੂੰ ਤਾਂ ਖੇਤੀ 2.5 ਕਿੱਲੇ ਕਿੰਨਾ ਕਰ ਲੂਗਾ, ਹੈ ਨਾ। ਸਾਂਝੀ ਖੇਤੀ ਤਾਂ ਫਿਰ ਉਹੀ ਆਰਡੀਨੈਂਸ ਬਿੱਲ ਜਿਹੜਾ ਆ ਗਿਆ, ਨਹੀਂ ਅਸੀਂ ਉਹਨਾਂ ਲਈ ਨਹੀਂ ਕਹਿੰਦੇ ਜੀ। ਇਹ ਉਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਜਾਂ ਕਾਰਪੋਰੇਟ ਇੰਡੀਆ ਦੀਆਂ ਉਹ ਖੇਤੀ ਉਹਨਾਂ ਨੂੰ ਕਿ ਦੇਣੀ ਜੀ। ਇਹ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ, ਸਾਡੇ ਪੰਜਾਬ ਦੇ ਕਿਸਾਨ ਨੇ, ਛੋਟੇ ਕਿਸਾਨ, ਉਹ ਕਿਸਾਨ ਆਪ ਜ਼ਮੀਨਾਂ ਆਪਣੀਆਂ ਸਾਂਝੀ ਇਕੱਠੀਆਂ ਕਰਨ। ਇਹਦੀ ਐਗਜ਼ਾਮਪਲ ਬਹੁਤ ਵੱਡੀ ਹੈ ਵੀ ਆਪਣੇ ਜਿਹੜੇ ਦਲਿਤ ਪਰਿਵਾਰਾਂ ਨਾਲ ਦੀ ਜਿਹੜੀ ਜ਼ਮੀਨ ਸ਼ਾਮਲਾਟ ਜ਼ਮੀਨਾਂ ਸੀਗੀਆਂ, ਜਿਹੜੀਆਂ ਦੱਬੀ ਰੱਖੀਆਂ ਹੁਣ ਤੱਕ, ਤੇ ਉਹ ਹੁਣ ਜ਼ਮੀਨਾਂ ਇੱਕ ਮੈਨੂੰ ਨਾਮ ਭੁੱਲ ਗਿਆ ਜਿੱਥੇ ਉਹਨਾਂ ਨੇ ਜਿਹੜੀ ਉਹਨੂੰ ਮਿਲੀ ਨਾ 8-9 ਖੇਤ ਨੇ, ਉਹਦੇ ਵਿੱਚੋਂ ਇੰਨੀ ਕੁ ਰਲ ਕੇ ਖੇਤੀ ਕਰਦੇ ਪਏ ਨੇ ਵੀ ਅੱਗੇ ਵੀ ਦੱਸਿਆ ਸੀ ਵੀ ਉਹ ਪਿੰਡ, ਉਹ ਜਿਹੜਾ ਪਿੰਡ ਦੇ ਜਿਹੜੇ ਦਲਿਤ ਲੋਕ ਨੇ, ਸਾਡੇ ਮੇਰੇ ਗਰੀਬ ਭਰਾ ਨੇ, ਉਹਨਾਂ ਨੂੰ ਦਾਣਾ ਪੱਕਾ ਪੂਰਾ ਮਿਲਦਾ ਸਾਲ ਦਾ ਜੀ। ਤੇ ਉਹਨਾਂ ਦੀ ਜਿਹੜੀ ਨਾ ਪਸ਼ੂਆਂ ਦੀ ਉਹ ਚਾਰਾ ਉਹਨਾਂ ਨੂੰ ਉਹ ਤੋਂ ਮੁਹੱਈਆ ਹੁੰਦਾ ਪਿਆ ਸਿਰਫ ਇੰਨੇ ਚੋਂ, ਕਿਉਂ ਇਕੱਠੇ ਹੋ ਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਸਕੀਮ ਬਣਾਈ ਹੈ, ਕਿਹਨੇ ਜਾਣਾ, ਕਿਹਨੇ ਸ਼ਹਿਰ ਦਿਹਾੜੀ ਲਾਉਣ ਜਾਣੀ ਹੈ, ਕਿਹਨਾਂ ਨੇ ਅੱਜ ਪਿੰਡ 'ਚ ਕੰਮ ਕਰਨਾ, ਕਿਹਨਾਂ ਨੇ ਪਾਣੀ ਲਾਉਣਾ, ਸਾਰਾ ਕੁਝ ਜਿਹੜੇ ਕਿਸਾਨ ਭਰਾ ਨੇ ਸਾਡੇ ਵੀ ਇਹਨਾਂ ਨੂੰ ਇਸ ਤਰ੍ਹਾਂ ਸਕੀਮ ਲਗਾਉਣੀ ਪੈਣੀ ਆ। ਯੂਨੀਅਨਾਂ ਦੇ ਨਾਲ ਰਲ ਕੇ, ਆਪਣੀਆਂ ਪੰਚਾਇਤਾਂ ਦੇ ਨਾਲ ਰਲ ਕੇ, ਆਪ ਇਕੱਠੇ ਹੋ ਕੇ ਕਮੇਟੀਆਂ ਬਣਾਉਣਗੇ ਕਿ ਅਸੀਂ ਭਾਈ ਆਹ ਕੰਮ ਕਰਨੇ ਨੇ। ਜੇ ਉਹ ਨਹੀਂ ਕਰਨਗੇ ਤਾਂ ਫਿਰ ਤਾਂ ਜ਼ਮੀਨਾਂ ਜਾਂਦੀਆਂ ਪਈਆਂ, ਉਹ ਤਾਂ ਸ਼ੱਕ ਨਹੀਂ ਕੋਈ। ਸਾਡੇ ਮਲਟੀਨੈਸ਼ਨਲ ਸਿੱਧੇ ਜਾਂ ਕਾਰਪੋਰੇਟ ਖੜੀਆਂ ਨੇ ਤੇ ਉਹਨਾਂ ਨੇ ਲੈ ਜਾਣੀਆਂ ਆ। ਤੇ ਇਹ ਜੇ ਸੋਚਾਂਗੇ ਫਿਰ ਇਹ ਗੱਲ ਬਣਨੀ ਹੈ। ਸਾਨੂੰ ਲੜਦੇ ਪਏ, ਬਹੁਤ ਵਧੀਆ ਗੱਲ ਲੜਨਾ ਪੈਣਾ ਹੈ। ਤੇ ਪਰ ਫਿਰ ਵੀ ਕਿਉਂ 2.5-3 ਕਿੱਲਿਆਂ ਦੇ ਵਿੱਚੋਂ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਆਹ ਕੁਛ ਨਹੀਂ ਨਿਕਲਣਾ ਜੋ ਕੁਝ ਉਹ ਸੋਚਦੇ ਪਏ ਨੇ ਅੱਗੇ। ਜਿਹੜੀ ਫਿਊਚਰ ਹੈ ਜੀ, ਉਹ ਇਹੀ ਹੈ, ਜਾਂ ਤਾਂ ਬਈ ਕਿਸਾਨ ਇਕੱਠੇ ਹੋ ਕੇ ਉਹ ਆਪਣਾ ਜਿਹੜੀ ਇਕੱਠੀ ਫਾਰਮਿੰਗ ਆ ਉਹਦੇ ਐਗਜ਼ਾਮਪਲਾਂ ਦੁਨੀਆ ਦੇ ਵਿੱਚ ਨੇ। ਇਕੱਠੀ ਫਾਰਮਿੰਗ ਇਹਨਾਂ ਨੇ ਇਕੱਠੀ ਕੀਤੀਆਂ, ਬਹੁਤ ਫਾਇਦਾ ਹੋਇਆ ਉਹਨਾਂ ਨੂੰ। ਸਕੀਮ ਨਾਲ ਚੱਲਦੇ ਆ, ਉਹ ਕਮੇਟੀਆਂ ਬਣਾਉਣਗੇ, ਉਹਦੇ ਨਾਲ ਰਲ ਕੇ ਚੱਲਣਗੇ, ਫਿਰ ਗੱਲ ਬਣੂਗੀ। ਬਿਲਕੁਲ ਜੀ।
ਕੁਛ ਹੋਰ ਕਹਿ ਰਹੇ? ਹਾਂ ਨਹੀਂ ਬਸ ਆਹ ਉਹ ਗੱਲਾਂ ਤਾਂ ਹੈਗੀਆਂ ਬਹੁਤ। ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਹੈ ਵੀ ਜਿਹੜਾ ਆਰਡੀਨੈਂਸ ਬਣਿਆ ਹੈਗਾ ਆ ਉਸ ਨੂੰ ਲਾਗੂ ਹੋ ਗਿਆ ਸਮਝ ਲਓ, ਜਾਂ ਕਾਨੂੰਨ ਬਣ ਗਿਆ, ਉਸ ਨੂੰ ਲਾਗੂ ਨਾ ਕੀਤਾ ਜਾਵੇ, ਉਸ ਕਾਨੂੰਨ ਨੂੰ ਖਾਰਜ ਕੀਤਾ ਜਾਵੇ, ਵਾਪਸ ਲਿਆ ਜਾਵੇ। ਹੁਣ ਜਿੰਨੀ ਕੁ ਅਸੀਂ ਇੱਥੇ ਗੱਲ ਕੀਤੀ ਆ, ਕਮਲਜੀਤ ਜੀ ਭਗਵੰਤ ਜੀ ਨੇ ਮੁੜ ਕੇ ਗੱਲ ਫਿਰ ਇੱਥੇ ਆ ਗਈ। ਉਹ ਇੱਦਾਂ ਲੱਗਦਾ ਵੀ ਜਿਹੜਾ ਕਾਨੂੰਨ ਆ ਉਹਨੂੰ ਹੀ ਸ਼ਾਇਦ ਅੱਗੇ ਆਉਣਾ ਪਊਗਾ, ਕਿਉਂਕਿ ਜੇ ਥੋੜ੍ਹੀਆਂ ਜ਼ਮੀਨਾਂ ਆ ਫਿਰ ਜ਼ਿਆਦਾ ਜਿਹੜੇ ਲੋਕ ਇਕੱਠੇ ਹੋ ਕੇ ਵਾਹੁਣ। ਕਮਲ ਜੀ ਨੇ ਗੱਲ ਕੀਤੀ ਆ ਕਿ ਜੇ ਜ਼ਮੀਨ ਤਾਂ ਉਨੀ ਰਹਿੰਦੀ ਹੈ, ਲੇਕਿਨ ਪਰਿਵਾਰ ਦਾ 2.5 ਕਿੱਲੇ ਰਹਿ ਗਏ ਜਿਹਦੇ ਕੋਲ, ਗਾਂ ਉਹਦੇ 2 ਬੱਚੇ ਹੋ ਗਏ, ਡੇਢ ਖੇਤ ਰਹਿ ਗਿਆ, ਸਵਾ ਖੇਤ ਰਹਿ ਗਿਆ, ਉਦੋਂ ਬਾਅਦ ਫਿਰ ਭਾਵੇਂ ਜ਼ਮੀਨ ਉਨੀ ਆ ਲੇਕਿਨ ਉੱਤੇ ਨਿਰਭਰ ਜਿਹੜਾ ਰਹਿਣਾ ਆ ਉਹ ਘਟ ਗਿਆ। ਇੱਕ ਖੇਤ ਇੱਕ ਪਰਿਵਾਰ ਨੂੰ ਨਹੀਂ ਪਾਲ ਸਕਦਾ, 6 ਲੋਕਾਂ ਨੂੰ 4 ਲੋਕਾਂ ਨੂੰ ਨਹੀਂ ਪਾਲ ਸਕਦਾ, ਆਪਣੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦਾ। ਫਿਰ ਭਗਵਾਨ ਜੀ ਦੀ ਕਹਿਣ ਦਾ ਅਰਥ ਇਹ ਆ ਫਿਰ 100 ਜਣੇ ਰਲ ਕੇ ਜਿਹੜੇ ਆ ਉਹ ਇੱਕ ਨੂੰ ਦੇ ਦਿੱਤਾ ਜਾਏ ਤਾਂ ਉਹ 100 ਖੇਤ ਬਾਹ ਲਵੇ। ਇਹ ਤਾਂ ਹੋ ਰਿਹਾ ਇੰਡੀਆ ਦੇ ਵਿੱਚ, ਜਿਹੜੇ ਲੋਕ ਜ਼ਮੀਨਾਂ ਆਪ ਨਹੀਂ ਵਾਹੁੰਦੇ ਜਾਂ ਉਹ ਇੱਥੇ ਆਏ, ਇੰਗਲੈਂਡ 'ਚ ਆਏ ਆ, ਉਹਨਾਂ ਨੇ ਠੇਕੇ 'ਤੇ ਦਿੱਤੀ ਹੋਈ ਆ, ਜਾਂ ਤਾਂ ਫਿਰ ਇਹ ਗੱਲ ਦੁਬਾਰਾ ਹੁਣ ਤੱਕ ਦੀ ਡਿਸਕਸ਼ਨ 'ਚੋਂ ਸਾਹਮਣੇ ਆਈ ਆ, ਜਾਂ ਫਿਰ ਉਹਨੂੰ ਹੀ ਅਸੀਂ ਜਾ ਕੇ ਮੰਨਦੇ ਆ ਵੀ ਚਲੋ ਇਹ ਠੀਕ ਆ। ਪਰ ਮੈਂ ਜਿਹੜੀ ਫੀਲ ਕਰਦਾ, ਜਿਹੜੀਆਂ ਹੱਦ ਵੱਟਾਂ ਆ, ਜਿਹੜੀ ਕਿਸੇ ਕਿਸਾਨ ਦੀ ਜ਼ਮੀਨ ਦੇ ਉਹਦੇ ਆਪਣਾ ਵੱਟ ਆ, ਜੇਕਰ ਬਾਹਰਲੀਆਂ ਕੰਪਨੀਆਂ ਆ ਕੇ ਹਜ਼ਾਰਾਂ ਖੇਤਾਂ 'ਚੋਂ ਬਣਾ ਦੇਗੀ ਤਾਂ ਉਹਨਾਂ ਵੱਟਾਂ ਨੂੰ ਕਿਵੇਂ ਲੱਭਿਆ ਜਾਊਗਾ? ਕਿਸਾਨ ਕਿਹੜੀ ਜ਼ਮੀਨ, ਜਿੱਦਾਂ ਵਿਆਹ ਕਰਨਾ ਹੁੰਦਾ ਉਂਗਲ ਦੇ ਨਾਲ ਕਹਿੰਦਾ ਹੁੰਦਾ ਕਿ ਉਹ ਤੱਕ ਮੇਰੀ ਜ਼ਮੀਨ, ਉਹ ਕਿਹੜੀ ਹੋਏਗੀ? ਫਿਰ ਉਹਦੀ ਗੱਲ ਸਮਝ ਨਹੀਂ ਆ ਰਹੀ ਜੀ। ਹਾਂਜੀ, ਮੈਂ ਚਾਹਲ ਜੀ ਥੋੜ੍ਹੀ ਜਿਹੀ ਹੋਰ ਗੱਲ ਕਲੀਅਰ ਕਰਾਂ। ਜਿਹੜੀ ਸਾਂਝੀ ਖੇਤੀ ਦੀ ਗੱਲ ਕੀਤੀ ਹੈ ਨਾ ਜੀ, ਭਗਵੰਤ ਸਿੰਘ ਹੋਣਾ ਨੇ ਬਹੁਤ ਸੋਹਣੀ ਗੱਲ ਕੀਤੀ ਆ। ਉਹਦਾ ਸਾਂਝੀ ਖੇਤੀ ਦਾ ਮਤਲਬ ਆਪਾਂ ਇਹਨੂੰ ਇੱਥੋਂ ਤੱਕ ਇਹ ਸਮਝੀਏ ਵੀ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਆਪ ਤੇ ਜਾਂਦੇ ਹੁੰਦੇ ਸੀ, ਜੇ ਆਪਾਂ ਪੰਜਾਬੀ 'ਚ ਕਹੀਏ 50 ਸਾਲ ਪਹਿਲਾਂ ਜਾਂਦੇ ਰਹੇ ਹੈ ਨਾ ਜੀ। ਉਹ ਉਦੋਂ ਜਦ ਕਿ ਕਣਕ ਤਾਂ ਜਾਂ ਝੋਨਾ ਤਾਂ ਹੈ ਹੀ ਨਹੀਂ ਸੀਗਾ। ਕਣਕ ਜਿਹੜੀ ਸੀਗੀ ਉਦੋਂ ਤਾਂ ਮਣਾਂ ਦੇ ਵਿੱਚ, ਜਾਣੀ ਕਿ ਇੱਦਾਂ ਲਾ ਲਓ ਵੀ ਜੇ ਪਰਿਵਾਰ ਦੇ ਵਿੱਚ ਘਰ ਖਾਣ ਜੋਗੀ ਵੀ ਮਸੀਂ ਹੁੰਦੀ ਸੀ, ਸਾਰਿਆਂ ਦੇ ਉਹ ਵੀ ਨਹੀਂ ਸੀ ਹੁੰਦੀ ਹੈਗੀ। ਅਤੇ ਉਸ ਤੋਂ ਬਾਅਦ ਵਿੱਚ ਲਾ ਲਓ ਵੀ ਸਾਰਾ ਉਹ ਇਹ ਚੱਲਿਆ ਵੀ ਆਪ ਤੇ ਜਾਣਾ, ਇੱਕ ਨਾਲ ਦੂਸਰੇ ਦੇ ਨਾਲ ਇੱਕ ਨੇ ਉਹ ਪਿੰਡਾਂ ਦੇ ਵਿੱਚ ਭਾਈਵਾਲੀ ਕਰਨੀ ਅਤੇ ਉਹਦੀ ਮਦਦ ਕਰਾਉਣੀ ਜੀ। ਜਾਣੀ ਇਹ ਹੈਗੀ ਆ ਸਾਂਝੀ ਖੇਤੀ ਦਾ ਮਤਲਬ ਇਹ ਆ ਵੀ ਜਾਣੀ ਕਿ ਜੇ ਕੋਈ 5-7 ਜਿਹੜੇ ਛੋਟੇ ਖੇਤ ਮਜ਼ਦੂਰ ਲਾ ਲਓ ਜਾਂ ਛੋਟੀ ਕਿਸਾਨੀ ਲਾ ਲਓ, ਇੱਕ ਖੇਤ ਆ, ਕਿਸੇ ਕੋਲ 2 ਖੇਤ ਆ, ਕਿਸੇ 4 ਕਨਾਲਾਂ ਆ, ਜਾਂ ਕਿਸੇ ਕੋਲ 4 ਖੇਤ ਆ ਲਾ ਲਓ, ਹੈ ਨਾ ਵੀ ਉਹ ਜਾਣੀ ਕਿ 10 ਜਾਣੇ ਰਲ ਕੇ ਜਾਂ 6 ਜਾਣੇ ਰਲ ਕੇ ਜਾਂ 5 ਜਾਣੇ ਰਲ ਕੇ ਜੇ ਉਹ ਸਾਂਝੀ ਖੇਤੀ ਕਰਨਗੇ, ਇੱਕ ਦੂਜੇ ਦੀ ਮਦਦ ਕਰਨਗੇ। ਵੀ ਜੇ ਇੱਕ ਟਰੈਕਟਰ ਉਹਨਾਂ ਕੋਲ ਹੋਵੇ ਜੀ, ਜਿੰਨੀ ਕੁ ਖੇਤੀ ਆ, ਹੁਣ ਜੇ 20 ਖੇਤਾਂ ਲਈ 50 ਖੇਤਾਂ ਲਈ 50 ਖੇਤਾਂ ਲਈ ਵੀ ਇੱਕ ਟਰੈਕਟਰ ਬਹੁਤ ਆ ਹੈ ਨਾ। ਪਰ ਉਹਦੇ 'ਤੇ ਹੁਣ ਪ੍ਰੋਬਲਮਾਂ ਹੋਰ ਕਿਹੜੀਆਂ ਆ ਰਹੀਆਂ? ਟਰੈਕਟਰ ਦੀ ਆਪਾਂ ਜੇ ਗੱਲ ਕੀਤੀ ਤਾਂ ਹੁਣ ਪਰਾਲੀ ਦੇ ਮੁੱਦੇ ਆ ਗਏ। ਗੌਰਮੈਂਟਾਂ ਨੇ ਕੁਛ ਨਹੀਂ ਕਰਨਾ, ਗੌਰਮੈਂਟਾਂ ਨੇ ਸਾਨੂੰ ਉਲਝਾ ਕੇ ਰੱਖਿਆ ਹੋਇਆ ਹੈ ਨਾ। ਹੁਣ ਜਿਹੜਾ ਛੋਟਾ ਟਰੈਕਟਰ ਆ, ਹੁਣ ਜੇ ਆਪਾਂ ਛੋਟੇ ਟਰੈਕਟਰ ਦੀ ਗੱਲ ਕਰੀਏ, ਉਹ ਵਾਹੁਣ ਦੇ ਯੋਗ ਨਹੀਂ ਹੈਗਾ। ਵਾਹੁਣ ਦੇ ਮੀਨਸ ਜੇ ਪਰਾਲੀ ਨੂੰ ਵਿੱਚੇ ਉਹਨੂੰ ਮਿਕਸ ਕਰਕੇ ਤਾਂ ਉਹਨੂੰ ਕਣਕ ਬੀਜਣੀ ਆ, ਜਿਹੜੇ ਜਿੱਥੋਂ ਝੋਨਾ ਵੱਢਦੇ ਆਪਾਂ, ਉਹਨੂੰ ਅੱਗ ਲਾਉਣ ਦਿੱਤੀ ਨਹੀਂ ਜਾਂਦੀ, ਹੁਣ ਅੱਗ ਲਾਉਣੀ ਬੰਦ ਆ। ਸੋ ਉਹ ਛੋਟਾ ਟਰੈਕਟਰ ਉੱਤੇ ਕੰਮ ਨਹੀਂ ਕਰਦਾ, ਉੱਤੇ ਕੰਮ ਕਰੂਗਾ ਵੱਡਾ ਟਰੈਕਟਰ। ਤੇ ਵੱਡੇ ਟਰੈਕਟਰ ਲਈ ਵੱਡੇ ਸੰਦ ਚਾਹੀਦੇ ਆ ਜ਼ਿਮੀਦਾਰ ਨੂੰ, ਹੈ ਨਾ। ਹੁਣ ਜੇ 15 ਲੱਖ ਰੁਪਏ ਦੇ ਉਹ ਸੰਦ ਨੇ ਜਾਂ ਟਰੈਕਟਰ ਆ, ਉਹ ਜਿਹੜਾ ਛੋਟਾ ਵੀ ਕਿਸਾਨ ਆ ਉਹ ਵੀ ਕੀ ਕਰੇ? ਜਾਂ ਉਹ ਰਲ ਕੇ ਜਿਹੜੀ ਖੇਤੀ ਕਰਨ ਵਾਲੀ ਆਪਾਂ ਗੱਲ ਕਰਦੇ ਆ, ਉਹ ਵੀ ਕੀ ਕਰਨ? ਜਿਹੜੀ ਕਿਤੇ ਨਾ ਕਿਤੇ ਜਦੋਂ ਮੋੜ ਘੇੜ ਕੇ ਗੱਲ ਆ ਨਾ, ਜਿਹੜੀ ਉਹ ਸਰਕਾਰਾਂ ਦੇ ਪੱਲੇ ਆ ਕੇ ਪੈਂਦੀ ਆ, ਹੈ ਨਾ। ਸਰਕਾਰਾਂ ਆ ਜਿਹੜੀਆਂ ਉਹਨਾਂ ਨੂੰ ਕੁਛ ਨਹੀਂ ਚਾਹੀਦਾ, ਉਹਨਾਂ ਨੂੰ ਸਿਰਫ ਵੋਟ ਬੈਂਕ ਚਾਹੀਦਾ। 5 ਸਾਲ ਲਈ ਤੁਸੀਂ ਕਰੋ, 5 ਸਾਲ ਲਈ ਅਸੀਂ ਕਰਦੇ ਹਾਂ, ਜਾਂ 5 ਸਾਲ ਲਈ ਕੋਈ ਹੋਰ ਆ ਜਾਵੇ, ਬਿਲਕੁਲ ਹੈ ਨਾ। ਉਹਨਾਂ ਨੇ ਕਿਸੇ ਨੂੰ ਕੁਛ ਨਹੀਂ ਦੇਣਾ। ਇੱਦਾਂ ਕਦੀ ਹੋ ਸਕਦਾ ਕਿ ਸਾਨੂੰ 70-73 ਸਾਲ ਅੱਜ ਆਜ਼ਾਦ ਹੋਇਆ ਨੂੰ ਹੋ ਗਏ ਆ, ਕਿ ਸਾਡੇ ਕੋਲ ਹਜੇ ਚਾਹੇ ਆਪਾਂ ਖੇਤੀ ਦੇ ਨਾਲ ਜੁੜੀਆਂ ਗੱਲਾਂ ਕਰ ਲਈਏ, ਚਾਹੇ ਰੋਡਸ ਲਾ ਲਓ, ਚਾਹੇ ਸਾਡੀਆਂ ਸਿਟੀਜ਼ ਲਾ ਲਓ, ਚਾਹੇ ਜੋ ਵੀ ਹੈ, ਚਾਹੇ ਇਲੈਕਟ੍ਰੀਸਿਟੀ ਲਾ ਲਓ, ਸਾਡੇ ਕੋਲੋਂ ਹਜੇ ਤੱਕ ਕੋਈ ਸਟਰਕਚਰਲੀ ਬਣਿਆ ਕੀ ਆ? ਅਸੀਂ ਇੰਡੀਆ ਨੂੰ ਜਾਂ ਪੰਜਾਬ ਨੂੰ ਲਾ ਲਓ ਜਾਂ ਬਾਕੀ ਸਟੇਟਾਂ ਨੂੰ ਲਾ ਲਓ, ਆਪਾਂ ਕਹਿੰਦੇ ਆ ਥੋੜ੍ਹਾ ਸਮਾਂ ਪਹਿਲਾਂ ਲਾ ਲਓ ਜਾਂ ਹੁਣ ਲਾ ਲਓ, ਆਪਾਂ ਕਹਿੰਦੇ ਕਿ ਸਾਡੇ ਮੁਲਕ ਦੇ ਵਿੱਚ ਬਹੁਤ ਤਰੱਕੀ ਹੋ ਗਈ ਆ। ਅਸੀਂ ਕਿਹਨੂੰ ਤਰੱਕੀ ਸਮਝਦੇ ਹਾਂ? ਵੀ ਕੰਕਰੀਟ ਦੇ ਬ੍ਰਿਜ ਬਣ ਗਏ ਆ ਤਾਂ ਉਹਨਾਂ ਨੂੰ ਤਰੱਕੀ ਆਪਾਂ ਸਮਝੀਏ ਉਹਨੂੰ ਤਰੱਕੀ? ਜਾਂ ਕਿਸੇ ਨੇ ਕੋਈ 70,000 ਦਾ ਮੋਬਾਈਲ ਰੱਖਿਆ ਆ ਕੋਲ ਤਾਂ ਉਹਨੂੰ ਤਰੱਕੀ ਸਮਝੀਏ? ਤਰੱਕੀ ਤਾਂ ਇਹ ਆ ਵੀ ਜਿਹੜੀਆਂ ਲੋਕਾਂ ਦੀਆਂ ਲੋੜਾਂ ਨੇ, ਬੇਸਿਕ ਲੋੜਾਂ ਨੇ, ਕੀ ਉਹ ਪੂਰੀਆਂ ਹੋ ਗਈਆਂ? ਬਿਲਕੁਲ, ਹੈ ਨਾ। ਬੇਸਿਕ ਲੋੜਾਂ ਸਾਡੀਆਂ ਪੂਰੀਆਂ ਹੀ ਨਹੀਂ ਹੋਈਆਂ ਹੈਗੀਆਂ।
ਕਿਸੇ ਨੂੰ ਕੱਪੜਾ ਪਾਉਣ ਲਈ ਹੈ ਨਹੀਂਗਾ ਕਿਸੇ ਕੋਲ, ਦੇਖ ਲਓ ਐਜੂਕੇਸ਼ਨ ਦਾ ਹਾਲ ਦੇਖ ਲਓ ਹੈ ਨਾ, ਪੜ੍ਹਾਈ ਦਾ ਦੇਖੋ, ਜਾਣੀ ਕਿ ਕੀ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਆ ਉਹ ਤਾਂ ਸਾਰੇ NRIs ਬਾਹਰਲੇ ਜਿਹੜੇ ਲੋਕ ਹੈ, ਚਾਹੇ ਅਮਰੀਕਾ, ਕੈਨੇਡਾ, ਇੰਗਲੈਂਡ, ਚਾਹੇ ਦੁਬਈ, ਚਾਹੇ ਹੋਰ ਜਿਹੜੀ ਅਰਬ ਕੰਟਰੀਆਂ, ਚਾਹੇ ਯੂਰਪ ਲਾ ਲਓ, ਸਾਰਾ ਉਹਨਾਂ ਤੋਂ ਫੰਡਿੰਗ ਜਾਂਦੀ ਹੈ ਤਾਂ ਕਿਤੇ ਉਹਨਾਂ ਦੇ ਸਕੂਲਾਂ ਦੇ ਕਮਰੇ ਕੀ ਉਹਨਾਂ ਦੇ ਦੇਖ ਰੇਖ ਹੁੰਦੀ ਆ, ਈਵਨ ਉਹ ਟੀਚਰਸ ਵੀ ਉਹ ਰੱਖਦੇ ਆ, ਪ੍ਰਾਈਵੇਟ ਟੀਚਰ ਹੀ ਹੈ ਨਹੀਂ ਕਿ ਸਕੂਲਾਂ ਦੇ ਵਿੱਚ। ਪਿੱਛੇ ਜੇ ਗਵਰਨਮੈਂਟ ਜਦੋਂ ਆਪਣੀ ਦੂਜੀ ਕਾਂਗਰਸ ਸਰਕਾਰ ਬਣੀ ਆ, ਕੈਪਟਨ ਨੇ ਪੰਜਾਬ ਦੇ ਵਿੱਚੋਂ 800 ਕਰੀਬ ਤਾਂ ਸਕੂਲ ਬੰਦ ਕੀਤੇ ਪੰਜਾਬ ਦੇ ਵਿੱਚ, ਬਿਲਕੁਲ ਹੈ ਨਾ। ਸੋ ਬਹੁਤ ਮੰਦਭਾਗੀ ਆ ਇਹ ਅਸੀਂ ਤਰੱਕੀ ਵੱਲ ਨੂੰ ਨਹੀਂ ਜਾ ਰਹੇ। ਜੇ ਆਪਾਂ ਕੰਕਰੀਟ ਦੇ ਬ੍ਰਿਜ ਦੇਖਦੇ ਹਾਂ ਤਾਂ ਕਈ ਵਾਰੀ ਇੱਦਾਂ ਸੋਚਦੇ ਆ ਵੀ ਇੰਡੀਆ ਬਹੁਤ ਤਰੱਕੀ ਕਰ ਰਿਹਾ, ਉਹ ਤਰੱਕੀ ਵੱਲ ਨੂੰ ਨਹੀਂ ਜਾ ਰਿਹਾ, ਅਸੀਂ ਤਾਂ ਖਾਈ ਵੱਲ ਨੂੰ ਜਾ ਰਹੇ ਹਾਂ। ਕਿਉਂਕਿ ਲੋਕਾਂ ਦੀਆਂ ਬੇਸਿਕ ਲੋੜਾਂ ਜਿਹੜੀਆਂ ਉਹ ਤਾਂ ਪੂਰੀਆਂ ਹੋਈਆਂ ਹੀ ਨਹੀਂ ਹਜੇ ਲੋਕਾਂ ਕੋਲ ਖਾਣ ਲਈ ਪੂਰਾ ਰਾਸ਼ਨ ਹੈ ਨਹੀਂਗਾ, ਪਹਿਨਣ ਲਈ ਪੂਰੇ ਕੱਪੜੇ ਹੈ ਨਹੀਂਗੇ, ਹੈ ਨਾ। ਸੋ ਚੰਗੀਆਂ ਸਿਟੀਜ਼ ਨਹੀਂ ਹੈਗੀਆਂ ਹਜੇ ਬਣੀਆਂ। ਜਿਹੜੀ ਮੋਦੀ ਗੱਲ ਕਰਦਾ ਸੀ ਕਿ 100 ਸਮਾਰਟ ਸਿਟੀ ਬਣਾਏਂਗੇ ਜੀ, ਕੀ ਉਹ ਬਣ ਗਈਆਂ? ਕਿ ਬੁਲਟ ਟ੍ਰੇਨ ਚੱਲ ਗਈ? ਜੀ ਕੁਛ ਨਹੀਂ ਸੀ, ਉਹ ਸਿਰਫ ਝੂਠ ਦੇ ਪਲੰਦੇ ਸੀਗੇ ਜਿਹੜੇ ਕਿ ਲੋਕਾਂ ਨੂੰ ਭਰਮਾਉਣ ਲਈ। ਵੋਟ ਬੈਂਕ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਵੋਟਾਂ ਇਹਨਾਂ ਲੋਕਾਂ ਦੀਆਂ ਅਸੀਂ ਭਰਮਾ ਕੇ ਇਹਨਾਂ ਨੂੰ ਝੂਠ ਬੋਲ ਕੇ ਕਿੱਦਾਂ ਲੈਣੀਆਂ ਜੀ, ਪਰ ਲੋਕਾਂ ਨੂੰ ਅਸੀਂ ਕੁਛ ਨਹੀਂ ਦੇਣਾ ਹੈਗਾ। ਚਾਹੇ ਅਸੀਂ 5 ਸਾਲ ਰਾਜ ਕਰ ਲਈਏ, 5 ਸਾਲਾਂ ਬਾਅਦ ਦੂਜੀ ਸਰਕਾਰ ਆ ਜਾਊਗੀ, ਉਹ ਵੀ ਇਹੀ ਕੁਛ ਕਹੂਗੀ ਜੋ ਇਹ ਪਿਛਲੀ ਕਹਿ ਕੇ ਜਾਊਗੀ, ਜਿਹੜੀ ਇਹ ਹਾਲ ਹੈ। ਬਿਲਕੁਲ ਕਮਲ ਜੀ, ਤੁਹਾਡੀ ਗੱਲ ਸਹੀ ਆ। ਉਲਝਾ ਕੇ ਰੱਖਿਆ ਹੋਇਆ ਕੁਛ ਵੀ ਨਹੀਂ। ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਬਿਲਕੁਲ ਨਹੀਂ ਕੀਤਾ ਜਾ ਰਿਹਾ। ਕਿਸੇ ਨੇ ਕਿਹਾ ਸੀ ਕਿ ਜੇ ਭਾਰਤ ਬੜੇ ਬੜੇ ਬੰਬ ਬਣਾ ਲੈਂਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਸਨੇ ਤਰੱਕੀ ਕਰ ਲਈ ਆ। ਬੰਬ ਬਣਾਉਣੇ ਤਰੱਕੀ ਨਹੀਂ ਹੁੰਦੀ, ਆਮ ਜਨਤਾ ਨੂੰ ਸਹੂਲਤ ਮਿਲਣੀ ਤਰੱਕੀ ਹੁੰਦੀ। ਰੋਜੀ ਰੋਟੀ, ਬੇਸਿਕ ਲੋੜ ਜਿਹੜੀ ਆ ਉਹ ਪੂਰੀ ਜਿੰਨੀ ਦੀ ਹੋਏਗੀ। ਕਿਹਾ ਜਾਂਦਾ ਕਿ 60 ਕਰੋੜ ਤੋਂ ਲੋਕ ਭਾਰਤ ਦੇ ਵਿੱਚ ਜਿਹੜੇ ਬਹੁਤ ਗਰੀਬੀ 'ਚ ਰਹਿ ਰਹੇ, ਉਹ 60 ਕਰੋੜ ਜਿਸ ਦਿਨ ਚੰਗੀ ਰੋਟੀ ਖਾਣਗੇ, ਚੰਗੀ ਜ਼ਿੰਦਗੀ ਜੀਣਗੇ, ਉਸ ਦਿਨ ਭਾਰਤ ਨੂੰ ਤਰੱਕੀ ਮੰਨਿਆ ਜਾਵੇਗਾ। ਬਾਕੀਆਂ ਵੀ ਚਲੋ ਠੀਕ ਹੈ, ਕਿਤੇ ਕਿਤੇ ਮੰਨ ਲਾਂਗੇ, ਲੇਕਿਨ ਪਹਿਲਾਂ ਹੀ ਗੱਲ ਹੈ ਰੋਜੀ ਰੋਟੀ ਦਾ ਮਸਲਾ ਜਿਹੜਾ ਉਹ ਹੱਲ ਹੋਣਾ ਚਾਹੀਦਾ। ਸਾਡੇ ਨਾਲ ਭਗਵਾਨ ਜੀ ਤੇ ਕਮਲ ਜੀ ਆਏ ਨੇ, ਬਹੁਤ ਮਿਹਰਬਾਨੀ, ਧੰਨਵਾਦ। ਅਗਲੀ ਵੀਕ ਫਿਰ ਮਿਲਦੇ ਨੇ ਇਹਨਾਂ ਦੇ ਨਾਲ, ਅਗਲਾ ਨਵੇਂ ਪੱਖ ਦੇ ਮਸਲੇ ਲੈ ਕੇ, ਔਰ ਖੇਤੀ ਨੂੰ ਤੇ ਮਨੀਸ਼ਾ ਦਾ ਮਸਲਾ ਵੀ ਵਿਚਾਰਿਆ ਜਾਏਗਾ। ਜੈ ਗੁਰਦੇਵ, ਜੈ ਭੀਮ।